ਇਸਦਾ ਮਜ਼ਾਕ ਕੁਝ ਹੋਰ ਹੈ ਰੈਡ ਐਫਐਮ ਜਿਹੜੀ ਗੱਲਬਾਤ ਕਰਨਗੇ ਇਹ ਬੜਾ ਦਿਲਚਸਪ ਵਿਸ਼ਾ ਹੈ ਔਰ ਇਹਦੇ 'ਤੇ ਯੂਨੀਵਰਸਲ ਇੱਕ ਸਮੱਸਿਆ ਯੂਨੀਵਰਸਲ ਇੱਕ ਇਹੋ ਜਿਹਾ ਟੌਪਿਕ ਹੈ ਜਿਹਦੇ 'ਤੇ ਬਹੁਤ ਵਾਰੀ ਡਿਸਕਸ਼ਨ ਵੀ ਹੋਈ ਹੈ ਪਰ ਵੱਖ-ਵੱਖ ਨਜ਼ਰੀਏ 'ਤੇ ਵੱਖ-ਵੱਖ ਐਂਗਲ ਹੋਇਆ ਕਰਦੇ ਨੇ। ਜਿਸ ਤਰ੍ਹਾਂ ਫਿਰ ਸਾਹਿਬ ਨੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਂ ਬਾਬਾ ਬੰਦਾ ਬਹਾਦਰ ਬਾਰੇ ਜਿਹੜਾ ਕਿਰਸਾਨੀ ਐਂਗਲ ਸੀ ਉਹ ਅੱਗੇ ਲੈ ਕੇ ਆਂਦਾ। ਇਸੇ ਤਰੀਕੇ ਨਾਲ ਜਿਹੜਾ ਨਜ਼ਰੀਆ ਹੈ ਉਹ ਕਿਵੇਂ ਬਦਲ ਜਾਂਦਾ ਹੈ ਜਦੋਂ ਤੁਸੀਂ ਉਹਨੂੰ ਡਿਫਰੈਂਟ ਐਂਗਲਸ ਤੋਂ ਦੇਖਦੇ ਹੋ ਉਸੇ ਚੀਜ਼ ਨੂੰ, ਤਾਂ ਉਸ ਚੀਜ਼ ਨੂੰ ਵੇਖਣ ਦੇ ਕਈ ਤੌਰ ਤਰੀਕੇ ਹੋਇਆ ਕਰਦੇ ਨੇ। ਉਹ ਤੁਹਾਨੂੰ ਬਿਲਕੁਲ ਵੱਖਰੀ ਨਜ਼ਰ ਆਉਣ ਲੱਗ ਪੈਂਦੀ ਹੈ। ਗਰੀਬੀ ਅਤੇ ਅਮੀਰੀ, ਅੱਜ ਜਿਹੜੀ ਇਹ ਗੱਲਬਾਤ ਚੱਲੇਗੀ ਕਿ ਗਰੀਬੀ ਅਤੇ ਅਮੀਰੀ ਇਹ ਸਾਰੇ ਕੁਦਰਤ ਦਾ ਖੇਲ ਨੇ ਜਾਂ ਕਿਸਮਤ ਦਾ ਖੇਲ ਨੇ। ਬਹੁਤ ਸਾਰੇ ਲੋਕ ਇਹ 'ਚ ਵਿਸ਼ਵਾਸ ਕਰਦੇ ਨੇ ਕਿ ਗਰੀਬੀ ਅਤੇ ਅਮੀਰੀ ਕਿਸਮਤ ਦਾ ਖੇਲ ਹੈ। ਕੁਛ ਲੋਕ ਸਮਝਦੇ ਨੇ ਕਿ ਤੁਸੀਂ ਆਪਣੀਆਂ ਐਫਰਟਸ ਨਾਲ ਅਮੀਰ ਬਣ ਸਕਦੇ ਹੋ, ਐਫਰਟਸ ਨਾ ਕਰਨ ਵਾਲੇ ਗਰੀਬ ਰਹਿ ਜਾਂਦੇ ਨੇ। ਔਰ ਇਹਦੇ ਬਾਰੇ ਹੋਰ ਬੜੇ ਜਿਹੜੇ ਅਧਿਆਤਮਿਕ ਵਿਚਾਰ ਹਨ ਉਹ ਇਹੀ ਹੈ ਕਿ ਹਮੇਸ਼ਾ ਲੋਕ ਜਿਹੜੇ ਨੇ ਜਦੋਂ ਅਰਦਾਸ ਕਰਦੇ ਨੇ ਜਾਂ ਲੋਕ ਰੱਬ ਕੋਲੇ ਦੁਆ ਕਰਦੇ ਨੇ ਤਾਂ ਉਹ ਮੰਗ ਕਰਦੇ ਨੇ ਕਿ ਉਹਨਾਂ ਨੂੰ ਅਮੀਰੀ ਬਖਸ਼ੀ ਜਾਵੇ ਅਤੇ ਖਰਚਣ ਲਈ ਕਦੇ ਤੰਗੀ ਨਾ ਆਵੇ ਉਹਨਾਂ ਨੂੰ ਧਨ ਦੌਲਤ ਦੀ। ਹੁਣ ਅਮੀਰੀ, ਮਨ ਦੀ ਅਮੀਰੀ ਬਾਰੇ ਜੇ ਅਸੀਂ ਗੱਲਾਂ ਕਰਨ ਲੱਗ ਪਈ ਤਾਂ ਸ਼ਾਇਦ ਕਈ ਦਿਨ ਲੱਗ ਪੈਣ। ਮਨ ਦੀ ਅਮੀਰੀ ਗਰੀਬੀ ਤੋਂ ਇਲਾਵਾ ਮੇਰਾ ਖਿਆਲ ਹੈ ਪ੍ਰੋਫੈਸਰ ਸਾਹਿਬ ਅੱਜ ਜਿਹੜੀ ਗੱਲਬਾਤ ਕਰਨਾ ਚਾਹੁੰਦੇ ਨੇ ਉਹ ਜਿਹੜੀ ਧਨ ਦੀ ਅਮੀਰੀ ਗਰੀਬੀ, ਜਿਹੜੀ ਦੌਲਤ ਦੀ ਅਮੀਰੀ ਗਰੀਬੀ 'ਤੇ ਜ਼ਿਆਦਾ ਫੋਕਸ ਰਹੇਗਾ ਕਿ ਅਮੀਰ ਲੋਕ ਜਿਹੜੇ ਨੇ ਉਹ ਰੱਬ ਤੋਂ ਦੂਰ ਨੇ ਅਤੇ ਗਰੀਬ ਲੋਕ ਰੱਬ ਦੇ ਜ਼ਿਆਦਾ ਨੇੜੇ ਨੇ। ਇਸ ਤਰ੍ਹਾਂ ਦੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ ਕਿ ਰੱਬ ਜਿਹੜਾ ਗਰੀਬਾਂ ਦੇ ਬਹੁਤਾ ਕੋਲੇ ਰਹਿੰਦਾ ਹੈ, ਅਮੀਰਾਂ ਤੋਂ ਦੇ ਦੂਰ ਰਹਿੰਦਾ ਹੈ, ਅਮੀਰਾਂ ਦੇ ਨੇੜੇ ਨਹੀਂ ਜਾਂਦਾ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਆ ਕਿ ਅਮੀਰ ਜਦੋਂ ਸੋਨੇ ਦਾ ਛਤਰ ਚੜ੍ਹਾ ਦਿੰਦਾ ਹੈ ਮੰਦਰ 'ਚ ਲਿਜਾ ਕੇ ਤਾਂ ਰੱਬ ਨੂੰ ਖੁਸ਼ ਕਰ ਦਿੰਦਾ ਹੈ। ਸੋ ਕੀ ਦੌਲਤਾਂ ਜਿਹੜੀਆਂ ਹੋਰ ਚੜ੍ਹਾਵਾ ਚੜ੍ਹਾਉਣ ਨਾਲ ਅਤੇ ਅਮੀਰ ਹੋਰ ਅਮੀਰ ਹੋਈ ਜਾਂਦੇ ਨੇ? ਇਹ ਕੀ ਵਜ੍ਹਾ ਹੈ ਕਿ ਕਈ ਵਾਰੀ ਗਰੀਬ ਲੋਕ ਵੀ ਜਿਹੜੇ ਨੇ ਬੜੇ ਇੰਟੈਲੀਜੈਂਟ ਨੇ, ਮਿਹਨਤੀ ਨੇ, ਉਹ ਸਾਰੇ ਕੰਮ ਕਰਦੇ ਜਿਹੜੇ ਅਮੀਰ ਕਰਦੇ ਆ, ਲੇਕਿਨ ਫਿਰ ਵੀ ਉਹ ਅਮੀਰ ਨਹੀਂ ਬਣ ਸਕਦੇ। ਇਸ ਦੇ ਮਤਲਬ ਕਿ ਕਹਾਣੀ ਬੜੀ ਮਸ਼ਹੂਰ ਹੈ ਕਿ ਇੱਕ ਵਾਰੀ ਸਾਰੀ ਦੁਨੀਆ ਦੇ ਲੋਕਾਂ ਨੂੰ ਇੱਕ ਲਾਈਨ 'ਚ ਖੜ੍ਹਾ ਕਰ ਲਿਆ ਗਿਆ ਅਤੇ ਦੁਨੀਆ ਭਰ ਦੀ ਦੌਲਤ ਬਰਾਬਰ ਤਕਸੀਮ ਕਰ ਦਿੱਤੀ ਗਈ। 20 ਸਾਲ ਬਾਅਦ ਦੇਖਿਆ ਜਿਹੜੇ ਅਮੀਰ ਸੀ ਉਹ ਉਸੇ ਤਰ੍ਹਾਂ ਫਿਰ ਅਮੀਰ ਹੋ ਗਏ, ਜਿਹੜੇ ਗਰੀਬ ਸੀ ਉਸੇ ਤਰ੍ਹਾਂ ਫਿਰ ਗਰੀਬ ਹੋ ਗਏ। ਅਮੀਰੀ ਅਤੇ ਗਰੀਬੀ ਇਹ ਕਿਸ ਤਰ੍ਹਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਕਈ ਲੋਕ ਅਮੀਰ ਤੋਂ ਗਰੀਬ ਹੋਏ ਨੇ, ਕਈ ਗਰੀਬ ਤੋਂ ਅਮੀਰ ਹੋਏ ਨੇ। ਸੋ ਉਸ ਦੇ ਵਿੱਚ ਅੱਜ ਜਿਹੜੀ ਗੱਲਬਾਤ ਚੱਲੇਗੀ ਪ੍ਰੋਫੈਸਰ ਉਹਦੇ ਵੱਖ-ਵੱਖ ਨਜ਼ਰੀਏ ਪੇਸ਼ ਕਰਨਗੇ। ਪ੍ਰੋਫੈਸਰ ਜੀ ਆਇਆਂ ਨੂੰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਥੈਂਕ ਯੂ ਤਿੰਨ ਸਾਹਿਬ। ਤਿੰਨ ਸਾਹਿਬ ਦੇਖੋ, ਜਿਹੜੀ ਇੱਕ ਤਾਂ ਮੈਂ ਦੱਸਾਂ ਵੀ ਜਿਹੜੇ ਆਪਣੇ ਸੁਣਨ ਵਾਲੇ ਆ ਨਾ ਜੀ, ਇਹ ਸੁਣਨ ਵਾਲਿਆਂ ਨੇ ਜਿਹੜੀ ਰੀਅਲ ਗਰੀਬੀ ਆ, ਜਿਹਨੂੰ ਰੀਅਲ ਗਰੀਬੀ ਮੈਂ ਕਹੂੰਗਾ, ਉਹ ਇਹਨੀ ਹਟਾਉਣੀ ਤਾਂ ਇੱਕ ਪਾਸੇ ਰੱਖੀ, ਇਹਨੀ ਦੇਖੀ ਵੀ ਨਹੀਂ ਹੈ। ਜਿਹੜੇ ਇੱਥੇ ਬੈਠੇ ਜਿਹੜੇ ਸਾਡੇ ਸੁਣਨ ਵਾਲੇ, ਮੈਂ ਇਹਨਾਂ ਦੀ ਗੱਲ ਕਰ ਰਿਹਾ, ਇਹਨਾਂ ਨੂੰ ਨਹੀਂ ਪਤਾ ਵੀ ਗਰੀਬੀ ਕੀ ਹੁੰਦੀ ਹੈ। ਇਹਨਾਂ ਨੇ ਦੇਖੀ ਵੀ ਨਹੀਂ। ਮੈਂ ਹੁਣ ਤੁਹਾਨੂੰ ਕੁਛ ਗੱਲਾਂ ਉਹ ਇਹ ਤੋਂ ਪਹਿਲਾਂ ਕਿ ਆਪਾਂ ਇਹ 'ਤੇ ਹੋਰ ਵਿਸਥਾਰ 'ਤੇ ਗੱਲ ਕਰੀਏ, ਗਰੀਬੀ ਕੀ ਆ। ਮੋਟੇ ਤੌਰ 'ਤੇ ਤਾਂ ਵੀ ਕਿਸੇ ਚੀਜ਼ ਦੀ ਕਮੀ ਜਾਂ ਅਣਹੋਂਦ ਜਿਹੜੀ ਆ, ਇਹ ਗਰੀਬੀ ਆਪਾਂ ਕਹਿ ਦਿੰਦੇ ਹਾਂ। ਹੁਣ ਗਰੀਬੀ ਕਈ ਕਿਸਮ 'ਤੇ ਆਪਾਂ ਕਹਿ ਸਕਦੇ ਹਾਂ, ਜਿਵੇਂ ਆਰਥਿਕ ਗਰੀਬੀ ਵੀ ਆ, ਮਾਨਸਿਕ ਗਰੀਬੀ ਵੀ ਆ, ਅਖਲਾਕੀ ਗਰੀਬੀ ਵੀ ਆ, ਸੰਬੰਧਾਂ ਦੀ ਗਰੀਬੀ ਵੀ ਆ। ਪਰ ਆਪਾਂ ਜ਼ਿਆਦਾ ਜਿਹੜੇ ਹੈਗੇ ਆਰਥਿਕ ਗਰੀਬੀ 'ਤੇ ਅੱਜ ਗੱਲ ਹੋਣੀ ਆ, ਪਰ ਦੂਜੇ 'ਤੇ ਵੀ ਥੋੜ੍ਹੀ ਜਿਹੀ ਕਰਾਂਗੇ, ਠੀਕ ਹੈ। ਹੁਣ ਮੈਂ ਤੁਹਾਨੂੰ ਕੁਛ ਇੰਸਟੈਂਸ ਦੱਸਦਾ ਜਿੱਥੇ ਜਿਹੜੀ ਗਰੀਬੀ ਹੈ, ਜਿਹਨੂੰ ਅਸੀਂ ਗਰੀਬੀ ਸਮਝਦੇ ਹਾਂ। ਇੱਕ ਕਾਫੀ ਦੇਰ ਦੀ ਗੱਲ ਹੈ ਜੀ, ਡਾਰਫੋਰ ਦੇ ਵਿੱਚ ਇੱਕ ਵਾਰ ਮੈਂ ਟੀ ਵੀ ਦੇ ਉੱਤੇ ਦੇਖਿਆ ਜੀ, ਡਾਰਫੋਰ ਦੇ ਵਿੱਚ ਜਿਸ ਵੇਲੇ ਆਇਆ ਗਰੀਬੀ, ਖਾਣਾ ਬੰਦ ਹੋ ਗਿਆ, ਮਿਲਣੋਂ ਹਟ ਗਿਆ। ਇੱਕ ਮਾਂ ਬੈਠੀ ਹੈ ਜੀ, ਮਾਂ ਦੀ ਗੋਦ ਦੇ ਵਿੱਚ ਇੱਕ ਬੱਚਾ ਹੈ ਜੀ। ਬੱਚਾ ਜਿਹੜਾ ਹੈਗਾ ਆ ਉਹ ਭੁੱਖ ਦੇ ਨਾਲ ਮਰ ਰਿਹਾ ਜੀ। ਮਾਂ ਦੇ ਕੋਲ ਕੁਛ ਨਹੀਂ ਹੈਗਾ ਉਹਨੂੰ ਦੇਣ ਦੇ ਲਈ ਜੀ। ਅਤੇ ਉਹ ਮਾਂ ਉਹਦੀਆਂ ਅੱਖਾਂ 'ਚ ਦੇਖਦੀ ਆ, ਉਹ ਮਾਂ ਵੱਲ ਨੂੰ ਦੇਖਦਾ ਜਾ ਕੇ। ਮਾਂ ਉਹਨੂੰ ਬਚਾਉਣ ਦੇ ਲਈ ਕੁਛ ਨਹੀਂ ਕਰ ਸਕਦੀ, ਉਹ ਮਰ ਰਿਹਾ। ਇਹ ਰੀਅਲ ਗਰੀਬੀ ਹੈ। ਇਹ ਤੋਂ ਬਿਨਾਂ ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰ ਇਹ ਗੱਲ ਹੋਈ ਸੀ, ਮੈਂ ਉਹਨੂੰ ਫੇਰ ਦਿਖਾਣਾ ਜੀ। ਇੱਕ ਵਾਰ ਇੱਕ ਬੁੱਧ ਭਿਕਸ਼ੂ ਇੰਡੀਆ ਦੇ ਵਿੱਚ ਆਏ, ਬਿਹਾਰ ਦੇ ਵਿੱਚ। ਉਹ ਆਪਣੇ ਬੁੱਧ ਸਥਾਨਾਂ ਦੀ ਯਾਤਰਾ ਕਰਨ ਦੇ ਲਈ। ਅੱਛਾ ਜੀ।
ਉਹ ਕਹਿੰਦੇ ਵੀ ਮੈਂ ਗੱਡੀ ਦੇ ਵਿੱਚ ਬੈਠਾ ਜੀ, ਟ੍ਰੇਨ ਦੇ ਵਿੱਚ ਬੈਠਾ ਅਤੇ ਖਾ ਕੇ ਜਿਹੜਾ ਲੋਕ ਪੱਤੇ ਸਿੱਟਦੇ ਸੀਗੇ ਤਾਂ ਉਹ ਜਿਹੜੇ ਬੱਚੇ ਸੀ ਉਹ ਪੱਤੇ ਚੱਟੀ ਜਾਂਦੇ ਸੀ ਜੀ, ਪੱਤੇ ਚੱਟ ਦੇ ਉਹ ਖਾਂਦੇ ਸੀ। ਉਹ ਕਹਿੰਦੇ ਵੀ ਮੈਨੂੰ ਹੋਇਆ, ਮੈਂ ਕਿਹਾ ਵੀ ਮੈਂ ਤਾਂ ਕੁਛ ਨਹੀਂ ਕਰ ਸਕਦਾ। ਉਹ ਨਹੀਂ ਕਹਿੰਦੇ, ਮੈਂ ਇੱਕ ਬੱਚੇ ਨੂੰ ਕਿਹਾ ਵੀ ਆਹ ਵੀ ਜਿਹੜੀ ਛੋਲਿਆਂ ਵਾਲੀ ਤਾਂ ਪੂਰੀਆਂ ਰੇਹੜੀ ਆ, ਤੂੰ ਇਹ ਖਾ ਲਾ, ਇਹਦੇ ਪੈਸੇ ਮੈਂ ਦੇ ਦੂੰਗਾ ਤੈਨੂੰ, ਮੈਨੂੰ ਤਾਂ ਆਇਆ ਸੀ। ਉਹ ਕਹਿੰਦੇ ਬੱਚੇ ਨੇ ਉੱਥੇ ਉਹ ਖਾ ਲਏ। ਉਹ ਕਹਿੰਦੇ ਉਹਨੇ ਇੰਨੇ ਜ਼ਿਆਦਾ ਖਾ ਲਏ ਵੀ ਉਹਨੂੰ ਫਿਰ ਉਲਟੀ ਆ ਗਈ। ਦੂਜੇ ਬੱਚੇ ਉਲਟੀ ਖਾਣ ਲੱਗ ਪਏ ਬੱਚੇ। ਸਿੰਥਾ ਇਹ ਗਰੀਬੀ ਹੈ, ਦਿਸ ਇਜ਼ ਗਰੀਬੀ ਹੈ ਜਿਹੜੀ ਅਸੀਂ ਇੱਥੇ ਜਿਹੜੇ ਸੁਣਨ ਵਾਲੇ ਕਿਸੇ ਨੂੰ ਨਹੀਂ ਪਤਾ ਇਹਦਾ, ਕਿਸੇ ਨੇ ਇਹ ਦੇਖੀ ਨਹੀਂ ਹੈ। ਔਰ ਹਡਾਣੀ ਤਾਂ ਇੱਕ ਪਾਸੇ ਰਹਿ ਗਈ, ਕਿਸੇ ਨੇ ਦੇਖੀ ਨਹੀਂ ਹੈ ਜਾ ਕੇ। ਇਹ ਜਿਹੜੀ ਹੈਗੀ ਆ ਇਹ ਗਰੀਬੀ ਹੈ। ਇੱਕ ਵਾਰ ਤੁਹਾਨੂੰ ਯਾਦ ਹੋਣਾ ਜਿਸ ਵੇਲੇ ਆਪਣੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਆਏ ਨਾ, ਉਹਨੇ ਕਿਹਾ ਕਿਸਾਨਾਂ ਦੀਆਂ ਸੁਈਸਾਈਡ ਬਹੁਤ ਹੁੰਦੀਆਂ ਸੀ। ਉਹਨੇ ਕਿਹਾ ਵੀ ਇਹ ਸਰਵੇ ਕਰੋ ਵੀ ਕਿਹੜੇ ਸੂਬੇ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਹੈਗੀਆਂ ਸੁਈਸਾਈਡ ਹੁੰਦੀਆਂ। ਉਹਨੇ ਕਿਹਾ ਆਂਧਰਾ ਦੇ ਵਿੱਚ। ਆਂਧਰਾ ਦੇ ਵਿੱਚ ਉਹਨੇ ਕਿਹਾ ਵੀ ਉਹ ਪਿੰਡ ਕੱਢੋ ਜਿਸ ਪਿੰਡ ਦੇ ਵਿੱਚ ਸਭ ਤੋਂ ਵੱਧ ਸੁਈਸਾਈਡ ਹੋਈਆਂ। ਉਹਨੇ ਪਿੰਡ ਦੱਸਿਆ ਵੀ ਇਸ ਪਿੰਡ ਦੇ ਵਿੱਚ ਸਭ ਤੋਂ ਵੱਧ ਸੁਈਸਾਈਡ ਹੋਈਆਂ। ਉਹਨੇ ਇਹ ਕਰ ਦਿੱਤਾ ਵੀ ਇਸ ਪਿੰਡ ਦੇ ਵਿੱਚ ਜਿੰਨੀ ਸੁਈਸਾਈਡ ਹੋਈਆਂ ਜਾਂ ਜੇ ਇੱਥੇ ਇਸ ਪਿੰਡ 'ਚ ਕਿਸੇ ਦੀ ਸੁਈਸਾਈਡ ਹੁੰਦੀ ਆ ਤਾਂ ਉਹਦਾ ਜਿਹੜਾ ਸਾਰਾ ਕਰਜ਼ਾ ਮਾਫ ਹੋਊਗਾ। ਉਹਨੇ ਉਹ ਮਾਫ ਕਰ ਦਿੱਤਾ। ਥਿੰਨ ਸਾਹਿਬ ਉਹ ਮਾਫ ਕਰਨ ਦੇ ਨਾਲ ਸੁਈਸਾਈਡ ਵੱਧ ਗਈਆਂ ਉਸ ਪਿੰਡ ਵਿੱਚ। ਉਹ ਵਧੀਆਂ ਇਸ ਗੱਲ ਕਰਕੇ ਵੀ ਉਹ ਜਿਹੜੇ ਗਰੀਬ ਕਿਸਾਨ ਸੀ ਉਹਨੇ ਕਿਹਾ ਵੀ ਕੋਈ ਗੱਲ ਨਹੀਂ, ਮੈਂ ਤਾਂ ਮਰ ਜਾਊਂਗਾ, ਕੋਈ ਗੱਲ ਨਹੀਂ, ਬਾਅਦ ਦੇ ਵਿੱਚ ਨਿਆਣੇ ਜਿਹੜੇ ਹੈਗੇ ਨਿਆਣਿਆਂ ਸਿਰੋਂ ਤਾਂ ਕਰਜ਼ਾ ਲੈ ਜਾਊਗਾ। ਇਹ ਗਰੀਬੀ ਹੈ ਥਿੰਨ ਸਾਹਿਬ। ਸੋ ਇਹ ਗਰੀਬੀ ਜਿਹੜੀ ਹੈਗੀ ਆ ਆਪਣੇ ਕਿਸੇ ਬੰਦਿਆਂ ਨੇ ਨਹੀਂ ਹੈ ਦੇਖੀ, ਨਾ ਉਹਦੇ ਵਿੱਚੋਂ ਲੰਘੇ ਆ ਕਦੇ ਜਾ ਕੇ। ਪਰਸੋਂ ਚੌਥ ਦੀ ਗੱਲ ਹੈ, ਮੈਂ ਤੁਹਾਨੂੰ ਦੱਸਾਂ ਜੀ, ਇੱਕ ਉਹ ਅਖਬਾਰ ਦੇ ਵਿੱਚ ਆਇਆ ਜੀ, ਇੱਕ ਬੱਚਾ ਆ ਜੀ 8-10 ਸਾਲ ਦਾ, ਅਤੇ ਉਹਦੇ ਇੱਕ ਸਿਰ ਆਪਣੀ ਕਮੀਜ਼ੇ ਪਾਈ ਹੋਈ ਆ ਜੀ, ਸਿਰ ਪੱਠੇ 'ਤੇ ਉਹ ਕੰਮ ਕਰ ਰਿਹਾ ਜੀ, 8-10 ਸਾਲ ਦਾ ਜੀ, ਅਤੇ 2 ਉਹਦੇ ਸਿਰ ਦੇ ਉੱਤੇ ਇੱਟਾਂ ਆ ਜੀ, ਅਤੇ 2 ਉਹਦੇ ਸਿਰ 'ਤੇ ਇੱਟਾਂ, ਪੈਰੋਂ ਨੰਗਾ, ਤਾਂ ਉਹ ਹੇਠਾਂ ਵੀ ਕੁਛ ਨਹੀਂ ਪਾਇਆ, ਅਤੇ ਉਹ ਬੜਾ ਗੰਦਾ ਇੱਟਾਂ ਚੱਕੀ ਲਈ ਜਾਂਦਾ ਜੀ। ਹੇਠਾਂ ਉਹਦੇ ਲਿਖਿਆ ਸੀ ਉਰਦੂ ਦੇ ਵਿੱਚ, ਸਿਤਮ तो ये है कि मैं कौड़ियों में बिक रहा हूँ, मेरी माँ ने तो मुझे लाल कहा था। क्या बात। मेरी अक्खां 'ਚ पानी आ गए थे सजा। मेरी माँ ने तो मुझे लाल कहा था, मैं तो कौड़ियों के भाव बिक रहा हूँ। ठीक है, ਇਹ ਗਰੀਬੀ ਹੈ। ਸੋ ਇਸ ਕਰਕੇ ਪਹਿਲਾਂ ਤਾਂ ਜਾਣੀ ਇਹਨੂੰ ਸਮਝ ਲੈਣਾ ਚਾਹੀਦਾ ਵੀ ਇੱਥੇ ਵੀ ਦੁਨੀਆ ਹੈਗੀ ਆ। ਥਿੰਨ ਸਾਹਿਬ ਮੈਂ ਹੁਣ ਐਗਜ਼ੈਕਟ ਫਿਗਰ ਨਹੀਂ ਦੇਣੀ ਹੈ ਕਿ ਮੈਂ ਉਹ 'ਚ ਗਲਤ ਹੋ ਸਕਦਾ, ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੁਨੀਆ ਦੇ ਵਿੱਚ UNO ਦੀ ਫਿਗਰ ਦੇ ਆਈ ਆ ਵੀ ਜਿਹੜੇ ਅਜੇ ਵੀ ਭੁੱਖ ਦੇ ਨਾਲ ਮਰ ਰਹੇ ਆ, ਰੋਟੀ ਤੋਂ ਬਿਨਾਂ ਮੈਲ ਨਿਊਟ੍ਰੀਸ਼ਨ ਦੇ ਨਾਲ ਲੱਖਾਂ ਹੀ ਆ ਜਿਹੜੇ ਮਰ ਰਹੇ, ਜਿਹਨਾਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ, ਜਿਹਨਾਂ ਨੂੰ ਬਿਲਕੁਲ ਨਹੀਂ ਮਿਲਦੀ, ਉਹ ਵੀ ਹਜ਼ਾਰਾਂ ਦੇ ਵਿੱਚ ਹੈ। ਇਹ ਦੁਨੀਆ ਦੀ ਹਾਲਤ ਹੈ ਅੱਜ ਕੱਲ੍ਹ ਜਾ ਕੇ ਜਿਹੜੀ ਹੈ। ਸੋ ਇੱਕ ਥਿੰਨ ਸਾਹਿਬ ਮੈਂ ਆਪਣੇ ਦੱਸਾਂ ਇਹ ਜੇ ਹੁਣ ਆਪਾਂ ਲੈਟ ਅਸ ਗੋ ਬੈਕ ਲਿਟਲ ਬਿਟ, ਓਰੀਜਨ ਕੀ ਹੈ ਜੀ, ਇਹ ਗਰੀਬੀ ਕਿੱਥੋਂ ਸ਼ੁਰੂ ਹੋਈ ਹੈ। ਹੁਣ ਹਿਸਟਰੀ ਦੇ ਵਿੱਚ ਜਿਸ ਵੇਲੇ ਇਨਸਾਨ ਹੰਟਰ ਸਟੇਜ 'ਤੇ ਸੀ, ਮਾਰ ਕੇ ਖਾਂਦਾ ਸੀਗਾ, ਉਸ ਵੇਲੇ ਗਰੀਬੀ ਨਹੀਂ ਸੀ ਹੈ ਜੀ। ਅੱਛਾ, ਜਾਂ ਕਹਿ ਲਓ ਸਾਰੇ ਗਰੀਬ ਸੀ, ਜਾਂ ਕਹਿ ਲਓ ਸਾਰੇ ਅਮੀਰ ਸੀ, ਕਿਉਂਕਿ ਉਹਨਾਂ ਦਾ ਕੰਮ ਇਹ ਹੁੰਦਾ ਜ਼ਰੂਰਤ ਹੀ ਫੂਡ ਸੀ। ਸਵੇਰ ਨੂੰ ਉੱਠਣਾ, ਸ਼ਿਕਾਰ ਕਰਨਾ ਜੀ। ਕਦੇ ਇੱਦਾਂ ਵੀ ਕਈ ਵਾਰ ਹੋਇਆ, ਕਈ ਵਾਰ ਜਾਨਵਰ ਉਹਨਾਂ ਨੂੰ ਘੇਰ ਲੈਂਦੇ ਸੀ, ਉਹ ਜਾਨਵਰ ਉਹਨਾਂ ਨੂੰ ਮਾਰ ਲੈਂਦੇ ਸੀ, ਕਿ ਕਿਤੇ ਉਹ ਇਕੱਲੇ ਜਾਨਵਰ ਨੂੰ ਘੇਰ ਲੈਂਦੇ ਸੀ। ਹਾਂ, ਮਦਰ ਲੀਡ ਕਰਦੀ ਸੀ ਉਹ ਜਥੇ ਨੂੰ, ਫਾਦਰ ਨਹੀਂ ਸੀ ਕਰਦਾ ਹੁੰਦਾ ਜੀ। ਉਹਨੇ ਘੇਰ ਲੈਣੇ ਜੀ, ਘੇਰ ਲੈ ਕੇ ਜਾ ਕੇ ਉਹ ਜਾਨਵਰ ਮਾਰ ਲੈਣਾ, ਕਦੇ ਉਹ ਨਹੀਂ ਮਾਰ ਲੈਣਾ। ਇਹ ਸਿਚੁਏਸ਼ਨ ਸੀ। ਗਰੀਬੀ ਸ਼ੁਰੂ ਹੋਈ ਹੈ ਸਿੰਘ ਸਾਹਿਬ ਜਿਸ ਵੇਲੇ ਪ੍ਰੋਪਰਟੀ ਸ਼ੁਰੂ ਹੋਈ ਹੈ। ਜਦੋਂ ਪ੍ਰੋਪਰਟੀ ਸ਼ੁਰੂ ਹੋਈ ਹੈ, ਜਦੋਂ ਉਹਨੇ ਕਿਹਾ ਵੀ ਇਹ ਜਿਹੜੇ ਫਲਦਾਰ ਦਰਖਤ ਆ ਜੇ ਮੇਰੇ ਕਬਜ਼ੇ ਦੇ ਵਿੱਚ ਆ ਜਾਣ ਤਾਂ ਫਿਰ ਇਹ ਜਿਹੜੇ ਆ ਫਿਰ ਸਾਡਾ ਫਿਕਰ ਨਹੀਂ, ਮਰਜ਼ੀ ਤੋੜੋ ਖਾਓ। ਜ਼ਮੀਨ ਬਾਅਦ ਦੇ ਵਿੱਚ ਆਈ, ਉਸ ਵੇਲੇ ਫਿਰ ਗਰੀਬੀ ਸ਼ੁਰੂ ਹੋਈ ਜਾ ਕੇ ਜੀ। ਫਿਰ ਇੱਕ ਕੋਲ ਜ਼ਿਆਦਾ ਧਨ ਜਾਇਦਾਦ ਹੋਣ ਲੱਗ ਪਏ, ਇੱਕ ਤੋਂ ਥੋੜ੍ਹੀ ਹੋਣ ਲੱਗ ਪਏ, ਫਿਰ ਹੌਲੀ ਵੱਧਦਾ ਗਿਆ। ਇੱਕ ਮੈਂ ਥੋੜ੍ਹਾ ਜਿਹਾ ਇੱਥੇ ਦੱਸ ਦੇਵਾਂ, ਕਈ ਵਾਰ ਬੰਦੇ ਇਸ ਗੱਲ 'ਤੇ ਆ ਜਾਂਦੇ ਆ ਜਾ ਕੇ ਵੀ ਜਿਹੜੇ ਹੈਗੀ ਆ ਆਪਣੇ ਗਰੀਬੀ ਦੇ ਵਿੱਚ ਥੋੜ੍ਹਾ ਜਿਹਾ ਬੰਦਾ ਧਰਮ ਦਾ ਕੀਤਾ ਲੱਗਿਆ ਜੀ। ਰਿਲੀਜਨ ਨੇ ਇਨਸਾਨ ਨੂੰ ਬਿਹਤਰ ਬਣਾਉਣ ਲਈ ਕਾਫੀ ਕੰਮ ਕੀਤਾ, ਬਹੁਤ ਹੋਰਨਾਂ ਫੀਲਡਾਂ ਦੇ ਵਿੱਚ ਵੀ ਕੰਮ ਕੀਤਾ। ਰਿਲੀਜਨ ਨੇ ਬਿਲਡਿੰਗ ਦੇ ਵਿੱਚ, ਡੈਂਸ, ਮਿਊਜ਼ਿਕ ਦੇ ਵਿੱਚ, ਸੰਗੀਤ ਦੇ ਵਿੱਚ ਬੜੀ ਕੰਟਰੀਬਿਊਸ਼ਨ ਹੈ ਰਿਲੀਜਨ ਦੀ। ਪਰ ਰਿਲੀਜਨ ਨੇ, ਇੱਕ ਮੈਂ ਤੁਹਾਨੂੰ ਦੱਸਦਾ, ਰਿਲੀਜਨ ਨੇ ਗਰੀਬੀ ਹਟਾਉਣ ਲਈ ਬਹੁਤਾ ਕੰਮ ਨਹੀਂ ਕੀਤਾ। ਅੱਛਾ ਜੀ। ਹਾਂ, ਗਰੀਬੀ ਦੇ ਲਈ ਕੰਮ ਨਹੀਂ ਕੀਤਾ। ਗਰੀਬੀ ਦੇ ਵਿੱਚ ਐਡਜਸਟ ਕਰਨ ਦੀ ਗੱਲ ਤਾਂ ਕੀਤੀ ਆ ਵੀ ਠੀਕ ਆ, ਰੁੱਖੀ ਮਿੱਸੀ ਖਾ ਲਾ, ਠੀਕ ਹੈ। ਐਡਜਸਟ ਕਰਨ ਦੀ ਗੱਲ ਕੀਤੀ ਆ ਵੀ ਗਰੀਬੀ ਦੇ ਵਿੱਚ ਕਿੱਦਾਂ ਰਹਿਣਾ, ਗਰੀਬੀ ਨੂੰ ਕਿੱਦਾਂ ਦੂਰ ਕਰਨਾ,
ਇਹਦੀ ਗੱਲ ਜਿਹੜੀ ਹੈਗੀ ਆ, ਜੇ ਮੈਂ ਇੱਥੇ ਗਲਤ ਨਹੀਂ ਹੈ ਤਾਂ ਜੇ ਸੁਣਨ ਵਾਲਿਆਂ ਦੇ ਵਿੱਚੋਂ ਜੇ ਮੈਂ ਗਲਤ ਹੋਇਆ ਤਾਂ ਮੈਨੂੰ ਕਿਤੇ ਫੋਨ ਕਰਕੇ ਦੱਸ ਦਿਓ। ਮੇਰੇ ਖਿਆਲ ਦੇ ਵਿੱਚ ਸਿੱਖ ਰਿਲੀਜਨ ਓਨਲੀ ਰਿਲੀਜਨ ਹੈ ਵਰਲਡ ਦੇ ਵਿੱਚ ਜਿਹਨੇ ਗਰੀਬੀ ਦੂਰ ਕਰਨ ਦੇ ਲਈ ਸਟਰਗਲ ਕੀਤੀ। ਅੱਛਾ ਜੀ। ਹਾਂ, ਜੇ ਗਰੀਬੀ ਦੂਰ ਕਰਨ ਦੇ ਲਈ ਉਹਨੇ ਸਟਰਗਲ ਕੀਤੀ। ਜਿਸ ਵੇਲੇ ਹੁਣ ਤੁਸੀਂ ਪਹਿਲਾਂ ਹੁਣੇ ਦੱਸ ਕੇ ਹਟੇ ਆ, ਜਿਸ ਵੇਲੇ ਖਾਲਸੇ ਦੀ ਕ੍ਰੀਏਸ਼ਨ ਵੇਲੇ 80,000 ਬੰਦਾ ਉੱਥੇ ਇਕੱਠਾ ਹੋਇਆ। ਤਿੰਨ ਸਾਹਿਬ ਉੱਥੇ 80,000 ਬੰਦਾ, ਇੱਕ ਤਾਂ ਮੈਂ ਇਹ ਦੱਸ ਦਵਾਂ 80,000 ਉਸ ਵੇਲੇ ਸਿੱਖ ਨੌਜਵਾਨ ਹੈ ਨਾ ਸੀ ਪੰਜਾਬ ਦੇ ਵਿੱਚ। ਉਹ ਜਿਹੜਾ 80,000 ਹੋਇਆ ਉਹ ਸਾਰੇ ਸਿੱਖ ਨਹੀਂ ਸੀ ਉੱਥੇ ਇਕੱਠੇ ਹੋਏ। ਉਹ ਸਾਰੇ ਦੇ ਵਿੱਚ ਸਾਰੇ ਉਹ ਕਿਸਾਨ ਤੇ ਦੂਜੇ ਇਕੱਠੇ ਹੋਏ ਆ ਜਿਹੜੇ ਉਸ ਝੰਡੇ ਦੇ ਹੇਠਾਂ ਗਰੀਬੀ ਨੂੰ ਦੂਰ ਕਰਨ ਲਈ ਲੜਨਾ ਚਾਹੁੰਦੇ ਸੀਗੇ। ਉਹ ਇਕੱਠੇ ਹੋਏ ਜਾ ਕੇ, ਔਰ ਉਹ ਫਿਰ ਇਕੱਠੇ ਹੋ ਕੇ ਉੱਥੋਂ ਫਿਰ ਸ਼ੁਰੂ ਹੋਇਆ ਵੀ ਨਹੀਂ ਬਈ ਇਹ ਜਿਹੜੇ ਜ਼ਮੀਨੀ ਸੁਧਾਰ ਆ ਇਹ ਜ਼ੋਰ ਨਾ ਕਰਨੇ ਪੈਣੇ ਆ, ਇੱਦਾਂ ਨਹੀਂ ਹੋਣੇ ਪਏ, ਠੀਕ ਹੈ ਨਾ। ਉੱਥੋਂ ਵੀ ਇਹ ਸ਼ੁਰੂ ਹੋਇਆ ਵੀ ਰਾਜਨ ਕੋ ਮੈਂ ਰੰਕ ਬਣਾऊं, ਭੂਪ ਗਰੀਬਨ ਕੋ ਕਹਿਲਾऊं, ਰਾਜਿਆਂ ਨੂੰ ਸੇਠਾਂ ਸਿੱਟੂ, ਭੂਪ ਗਰੀਬਨ ਨੂੰ ਉੱਪਰ ਚੱਕੂੰਗਾ। ਉੱਥੋਂ ਸ਼ੁਰੂ ਹੋਇਆ ਜੀ। ਫਿਰ ਬੰਦੇ ਬਹਾਦਰ ਦੇ ਵਿੱਚ ਜਿੱਦਾਂ ਆਪਾਂ ਉਹ ਕਰ ਚੁੱਕੇ ਹਾਂ ਸਾਰਾ ਜਾ ਕੇ, ਫਿਰ ਉਹਨੇ ਗਰੀਬ ਸਟਰਗਲ ਕੀਤੀ ਕਿਸ ਗੱਲ ਦੇ ਲਈ। ਇਹ ਨਹੀਂ ਹੈ ਭਈ ਉੱਥੇ ਉਹ ਰੱਬ ਦੀ ਪ੍ਰਾਪਤੀ ਵੀ ਨਾਲ ਸੀ, ਪਰ ਮੇਨ ਕੀ ਸੀ? ਮੇਨ ਸੀ ਇਹਨਾਂ ਨੂੰ ਜ਼ਮੀਨਾਂ ਦਵਾਉਣੀਆਂ। ਇਹ ਜਿਹੜੇ ਜ਼ਮੀਨਾਂ ਇਹਨਾਂ ਦੀ ਗਰੀਬੀ ਕਿੱਦਾਂ ਦੂਰ ਹੋਊਗੀ ਜੇ ਇਹਨਾਂ ਜ਼ਮੀਨਾਂ ਇਹਨਾਂ ਦੇ ਕੋਲ ਹੋਊਗਾ। ਸੋ ਇਹ ਇੱਕੋ ਇੱਕ ਰਿਲੀਜਨ ਸੀ, ਇੱਕੋ ਇੱਕ ਮੈਨੂੰ ਮਿਸਾਲ ਮਿਲਦੀ ਹੈ ਜਿੱਥੇ ਜਾ ਕੇ ਇਹ ਨਹੀਂ ਕੀਤਾ। ਇਹ ਕ੍ਰਿਸਚੈਨਿਟੀ ਦੇ ਵਿੱਚ ਕ੍ਰਾਈਸਟ ਸਾਹਿਬ ਨੇ ਖਿਲਾਫ ਅਮੀਰਾਂ ਦੇ ਖਿਲਾਫ ਗੱਲ ਕੀਤੀ, ਉਹ ਨਹੀਂ ਕਿਹਾ ਅਮੀਰਾਂ ਦਾ ਹਾਲ ਹੋਣਾ, ਪਰ ਯਤਨ ਨਹੀਂ ਕੋਈ ਹੋਏ ਜਾ ਕੇ ਵੀ ਸਿਲਸਿਲੇਵਾਰ ਕੋਈ ਸਟਰਗਲ ਤੇ ਹੋਵੇ। ਹੁਣ ਦੇਖੋ ਸਟਰਗਲ ਜਿਹੜੀ ਹੈਗੀ ਪਹਿਲੀ ਸਪਾਰਟੇਕਸ ਦੀ ਸਟਰਗਲ ਸੀਗੀ। ਸਪਾਰਟੇਕਸ ਨੇ ਗੁਲਾਮੀ ਦੂਰ ਕਰਨ ਦੇ ਲਈ ਇੱਕ ਰੋਮਨ ਅੰਪਾਇਰ ਨਹੀਂ ਰੋਮਨ ਰਿਪਬਲਿਕ ਦੇ ਵਿੱਚ ਉਹਨੇ ਕੰਮ ਕੀਤਾ, ਠੀਕ ਹੈ। ਸੀਜ਼ਰ ਦੇ ਟਾਈਮ ਦੀ ਗੱਲ ਇਹ ਜਾ ਕੇ ਉਹ ਸਪਾਰਟੇਕਸ ਦਾ ਕੋਈ ਧਰਮ ਇਨਸਪਾਇਰਡ ਨਹੀਂ ਸੀ ਹੈ। ਬਾਕੀ ਤੁਸੀਂ ਦੇਖੋ ਫ੍ਰੈਂਚ ਰੈਵੋਲੂਸ਼ਨ ਵੀ ਧਰਮ ਇਨਸਪਾਇਰਡ ਨਹੀਂ ਸੀ ਹੈ, ਰਸ਼ੀਅਨ ਰੈਵੋਲੂਸ਼ਨ ਵੀ ਧਰਮ ਇਨਸਪਾਇਰਡ ਨਹੀਂ ਸੀ ਹੈ ਜਾ ਕੇ, ਠੀਕ ਹੈ। ਚਾਈਨੀਜ਼ ਰੈਵੋਲੂਸ਼ਨ ਧਰਮ ਇਨਸਪਾਇਰਡ ਨਹੀਂ ਸੀ ਹੈ। ਗਰੀਬੀ ਦੇ ਲਈ ਜਿਹੜੀ ਹੈਗੀ ਆ ਉਹ ਸਿਰਫ ਇੱਕੋ ਹੀ ਧਰਮ ਦੇ ਵਿੱਚ ਹੋਈ ਹੈ ਗੱਲ, ਜਿਸ ਵੇਲੇ ਉਹਨੇ ਜਾ ਕੇ ਇਹਦੇ 'ਤੇ ਲੜਾਈ ਕੀਤੀ ਜਾ ਕੇ। ਸੋ ਇਹ ਇੱਕ ਤਾਂ ਮੈਂ ਇਹ ਦੱਸ ਦੇਵਾਂ ਜਿਹੜੇ ਹੈਗੇ ਵੀ ਇਹ ਜਿਹੜੀ ਹੈਗੀ ਆ ਜਦੋਂ ਬਸ ਆਪਾਂ ਗਰੀਬ ਦੀ ਗੱਲ ਕਰਦੇ ਹਾਂ, ਗਰੀਬ ਆ, ਹਾਂ, ਇੱਕ ਤਾਂ ਤੁਸੀਂ ਕਹਿੰਦੇ ਵੀ ਚੀਜ਼ਾਂ ਦੀ ਵਸਤਾਂ ਦੀ ਜਿਹਦੇ ਕੋਲ ਥੋੜ ਆ ਜਾਂ ਵਾਂਝੇ ਨੇ ਉਹਨਾਂ ਚੀਜ਼ਾਂ ਤੋਂ। ਹਾਂਜੀ, ਇੱਕ ਤਾਂ ਪਰਿਭਾਸ਼ਾ ਤੁਸੀਂ ਇਹ ਦਿੱਤੀ ਹੈ ਜੇ ਮੈਂ ਸਮਝਦਾ। ਹਾਂਜੀ, ਵਿੱਚ 10ਵੇਂ ਪਾਤਸ਼ਾਹ ਵੀ ਲਿਖਦੇ ਆ ਕਿ ਮੁਝਸੇ ਗਰੀਬ ਕਰੋੜ ਪਰੇ ਹਨ। ਉਹ ਗਰੀਬ ਕਿਹੜੇ ਆ? ਉਹ ਫੈਂਸਰ ਮੈਂ ਉਹ ਪਤਾ ਕੀ ਗੱਲ ਹੋਈ? ਉਹ ਗੱਲ ਇਸ ਵੇਲੇ ਹੋਈ ਜਿਸ ਵੇਲੇ ਪਹਾੜੀ ਰਾਜਿਆਂ ਨੇ ਉਹਨਾਂ ਨੂੰ ਇਹ ਕਿਹਾ, ਉਹਨੇ ਇਹ ਕਿਹਾ ਵੀ ਤੁਸੀਂ ਜਿਹੜੇ ਹੈਗੇ ਆ ਤੁਸੀਂ ਇਹਨਾਂ ਨੂੰ ਕਿਉਂ ਨਾਲ ਲਈ ਫਿਰਦੇ ਆ? ਇਹ ਜਿਹੜੀ ਗਰੀਬ ਤਬਕਾ ਇਹਨਾਂ ਨੂੰ ਕਿਉਂ ਨਾਲ ਲਈ ਫਿਰਦੇ ਆ? ਤੁਸੀਂ ਉੱਚ ਜਾਤੀ ਦੇ ਤੁਸੀਂ ਆ, ਉੱਚ ਜਾਤੀ ਦੇ ਅਸੀਂ ਆ, ਆਓ ਇਕੱਠੇ ਹੋ ਕੇ ਸਟਰਗਲ ਜਿਹੜੀ ਹੈਗੀ ਆ ਆਜ਼ਾਦੀ ਦੇ ਲੜੀਏ ਜਾ ਕੇ ਜੀਗੇ, ਤੇ ਇਹਨਾਂ ਨੂੰ ਕਿਉਂ ਨਾਲ ਲਈ ਫਿਰਦੇ ਆ ਜਿਹੜੇ ਹੈਗੇ? ਉਸ ਵੇਲੇ ਫਿਰ ਉਹਨੇ ਇਹ ਕਿਹਾ ਜੀ ਇਨਹੀ ਕੀ ਕਿਰਪਾ ਸੇ ਸਜੇ ਹਮੇ ਮੋਸੋ ਗਰੀਬ ਕਰੋੜ, ਮੇਰੇ ਵਰਗੇ ਤਾਂ ਹੋਰ ਕਰੋੜਾਂ ਪਏ ਆ ਜੇ ਇਹ ਮੇਰੇ ਨਾਲ ਨਾ ਹੋਣ। ਉਹਨਾਂ ਨੇ ਜਾਣੀ ਉਸ ਇਨਸਾਨ ਕਹਿ ਲਓ, ਮਹਾਂਪੁਰਸ਼ ਕਹਿ ਲਓ, ਕੁਛ ਵੀ ਕਹਿ ਲਓ, ਉਹਨੇ ਇਸ ਗੱਲ ਨੂੰ ਰਿਕਗਨਾਈਜ਼ ਕੀਤਾ ਵੀ ਇਹਨਾਂ ਦੇ ਨਾਲ ਇਹ ਸਾਰੀ ਦੁਨੀਆ ਚੱਲਦੀ ਹੈ। ਮਿਹਨਤ ਕਸ਼ ਦੀ ਮੋਸਟ ਬਿਊਟੀਫੁਲ ਥਿੰਗ ਇਨ ਲਾਈਫ ਇਜ਼ ਦੀ ਲੇਬਰ ਆਫ ਮੈਨ। ਥਿੰਨ ਸਾਹਿਬ ਜਿਹੜੀ ਹੈਗੀ ਆ ਇਹ ਜਿਹੜੀ ਆ ਇਹ ਥਿੰਨ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਜਿਹੜੀ ਹੈਗੀ ਆ ਭੁੱਖ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਹੈ। ਜਿਹੜੀ ਸਭ ਤੋਂ ਵੱਡੀ ਸੱਚਾਈ ਉਹ ਭੁੱਖ ਆ। ਇਹਦੇ ਵਿੱਚ ਹੁਣ ਆ ਜਿਹੜੀ ਮੇਰੀ ਟਾਕ ਇਹਨੂੰ ਇੱਦਾਂ ਨਾ ਹੋਵੇ ਸਿਲਸਿਲੇ ਬਾਰੇ, ਹੁਣ ਜੋ ਮੈਨੂੰ ਚੇਤੇ ਆਇਆ ਮੈਂ ਕਹੀ ਜਾਣਾ, ਠੀਕ ਹੈ ਨਾ ਜੀ। ਤਾਓਇਜ਼ਮ ਜਿਹੜਾ ਹੋਇਆ ਨਾ ਜੀ, ਦਾਓਇਜ਼ਮ, ਲਾਓਸ਼ੀ ਜੀ ਨੇ ਕਿਹਾ, ਲਾਓਸ਼ੀ ਨੇ ਇਹ ਕਿਹਾ ਵੀ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹੈਗੀ ਆ ਜਦੋਂ ਤੁਸੀਂ ਖਾਣਾ ਖਾਂਦੇ ਆ। ਸਭ ਤੋਂ ਵੱਡੀ ਖੁਸ਼ੀ ਇਹ ਆ। ਸੈਕਿੰਡ ਨੰਬਰ 'ਤੇ ਉਹਨੇ ਸੈਕਸ ਨੂੰ ਰੱਖਿਆ। ਸਭ ਤੋਂ ਵੱਡੀ ਖੁਸ਼ੀ ਹੈ ਜਿਸ ਵੇਲੇ ਤੁਸੀਂ ਖਾਣਾ ਖਾਂਦੇ ਜਾਏ, ਭੁੱਖੇ ਨੂੰ ਰੋਟੀ ਜਿਸ ਵੇਲੇ ਮਿਲਦੀ ਹੈ ਨਾ ਜੀ, ਉਹ ਉਸ ਤਰ੍ਹਾਂ ਇਹ ਗਿਣਿਆ ਜਾਂਦਾ ਜਾ। ਔਰ ਇਹ ਜਿਹੜੀ ਆਰਥਿਕ ਗਰੀਬੀ ਆ ਇਹ ਨੰਬਰ 1 'ਤੇ ਆਉਂਦੀ ਹੈ ਥਿੰਨ ਸਾਹਿਬ। ਬਾਕੀ ਚੀਜ਼ਾਂ ਬਾਅਦ ਦੇ ਵਿੱਚ ਆਉਂਦੀਆਂ, ਠੀਕ ਹੈ ਨਾ। ਉਹ ਜਿਹੜੀਆਂ ਇਹ ਨੰਬਰ 1 'ਤੇ ਇਹ ਜਿਹੜੀ ਚੀਜ਼ ਆਉਂਦੀ ਹੈ। ਹੁਣ ਬਾਅਦ ਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਫਿਲੋਸਫਰ ਆ ਉਹਨੂੰ ਡਿਫਰੈਂਟ ਤਰੀਕੇ ਨਾਲ ਇਹਦੀਆਂ ਗੱਲਾਂ ਕੀਤੀਆਂ, ਸਾਰੀਆਂ ਕੀਤਾ। ਇੱਕ ਮੈਂ ਤੁਹਾਨੂੰ ਇਹ ਥੋੜ੍ਹੀ ਜਿਹੀ ਹੋਰ ਗੱਲ ਦੱਸ ਦੇਵਾਂ ਜਾ ਕੇ, ਜਿਹੜੇ ਹਾਕਮ ਵੀ ਹੈ ਨਾ ਜੀ, ਰੂਲਰ ਆ ਜਿਹੜੇ, ਇਹ ਰੂਲਰ ਇਹ ਕਹਿ ਦਿੰਦੇ ਆ ਜਾ ਕੇ ਜੀ ਭਈ ਇਹ ਜਿਹੜੇ ਹੈਗੇ ਆ ਇਹ ਹੁਣ ਇਹ ਮੁਸਲਮਾਨਾਂ ਦਾ ਰਾਜ ਆ ਗਿਆ, ਮੁਸਲਮਾਨਾਂ ਦੇ ਹੱਕ 'ਚ ਆ, ਇਹ ਹਿੰਦੂਆਂ ਦਾ ਰਾਜ ਆ ਗਿਆ, ਹਿੰਦੂਆਂ ਦੇ ਹੱਕ ਵਿੱਚ ਆ। ਇੱਦਾਂ ਹੈ ਨਹੀਂ ਹੈ ਜਾ ਕੇ। ਹੁਣ ਜੇ ਦੇਖੇ ਜਿਹੜਾ ਹੈ ਕੀ ਜਾ ਕੇ, ਗਰੀਬ ਜਿਹੜੇ ਗਰੀਬ ਆ, ਅਮੀਰ ਜਿਹੜੇ ਅਮੀਰ ਆ, ਉਹ ਚਾਹੇ ਉੱਥੇ ਰਾਜਾ ਰਾਜ ਕਰਨ ਵਾਲਾ ਹਿੰਦੂ ਆ, ਚਾਹੇ ਰਾਜਾ ਰਾਜ ਕਰਨ ਵਾਲਾ ਉੱਥੇ ਮੁਸਲਮਾਨ ਹੈ ਜਾ ਕੇ। ਹੁਣ ਔਰੰਗਜ਼ੇਬ ਨੇ ਕੋਈ ਮੁਸਲਮਾਨ ਗਰੀਬਾਂ ਨੂੰ ਵਜ਼ੀਫੇ ਲਾਤੇ ਸੀ ਕਿਤੇ? ਉਹ ਮੁਸਲਮਾਨ ਗਰੀਬ ਵੀ ਉੱਦਾਂ ਹੀ ਪਿਸ ਰਹੇ ਸੀ ਉਹਦੇ ਰਾਜ ਦੇ ਅੰਦਰ ਜਿੱਦਾਂ ਬਾਕੀ ਗਰੀਬ ਪਿਸ ਰਹੇ ਸੀਗੇ।
ਉਹਦੇ ਰਾਜ ਦੇ ਵਿੱਚ ਜਿਹੜੇ ਹਿੰਦੂ ਅਮੀਰ ਆ ਉਹ ਉਦਾਂ ਹੀ ਆਸ਼ੀਆਂ ਕਰ ਰਹੇ ਸੀਗੇ ਜਿੱਦਾਂ ਮੁਸਲਮਾਨਾਂ ਅਮੀਰ ਕਰਦੇ। ਹੁਣ ਉਹ ਰਾਜਾ ਜੈ ਸਿੰਘ ਦੇਖ ਲਓ, ਰਾਜਾ ਜਸਵੰਤ ਸਿੰਘ ਦੇਖ ਲਓ, ਮਾਨ ਸਿੰਘ ਦੇਖ ਲਓ, ਟੋਡਰਮਲ ਦੇਖ ਲਓ, ਬੀਰਬਲ ਦੇਖ ਲਓ, ਇਹ ਕਿਹਾ ਕਿਤੇ ਜਾ ਕੇ ਜਿਨ੍ਹਾਂ ਨੂੰ ਬੜੇ ਬੜੇ ਅਹੁਦਿਆਂ 'ਤੇ ਨਵਾਜ਼ਿਆ ਗਿਆ ਜਾ ਕੇ। ਔਰ ਉਹ ਕੌਣ ਸੀਗੇ? ਰਿਲੀਜਨ ਤਾਂ ਉਹਨਾਂ ਦਾ ਹੈ ਨਾ ਸੀ, ਕਿਉਂਕਿ ਉਹ ਅਮੀਰ ਸੀਗੇ, ਉਹਨਾਂ ਵਿੱਚ ਕਾਬਲੀਅਤ ਸੀ, ਉਹਨਾਂ ਨੂੰ ਨਹੀਂ ਜ਼ਿਆਦਾ ਅਹੁਦੇ ਦਿੱਤੇ ਜਾ ਕੇ। ਔਰ ਮੁਸਲਮਾਨ ਗਰੀਬ ਤਾਂ ਉੱਦਾਂ ਹੀ ਪਿਸਦਾ ਰਿਹਾ। ਇਹ ਹਿੰਦੂ ਰਾਜੇ ਜਿਸ ਵੇਲੇ ਪਹਿਲਾਂ ਸੀਗਾ ਅਸ਼ੋਕ ਦੇ ਤਾਂ ਮੁੱਠੀ ਪਰ ਚਾਵਲ ਦੇ ਲਈ ਤਰਸਦੇ ਹੁੰਦੇ ਸੀਗੇ ਉਹ ਜਿਹੜੇ ਗਰੀਬ ਹੁੰਦੇ ਸੀਗੇ ਸਾਗੇ। ਸੋ ਇੱਕ ਤਾਂ ਇਹਨੂੰ ਰਿਲੀਜਨ ਦੇ ਨਾਲ ਨਾ ਜੋੜਿਆ ਜਾਵੇ ਜਾ ਕੇ ਵੀ ਇਹ ਰਿਲੀਜਨ ਦੇ ਵਿੱਚ ਫਲਾਣੇ ਰਾਜੇ ਨੇ ਐਂ ਕੀਤਾ, ਫਲਾਣੇ ਨੇ ਐਂ ਕੀਤਾ। ਰਾਜੇ ਨੇ ਤਾਂ ਚਾਹੇ ਉਹ ਕਿਸਮ ਦਾ ਸੀ, ਉਹਨੇ ਆਪਣੀ ਹਕੂਮਤ ਨੂੰ ਕਾਇਮ ਕਰਕੇ ਰੱਖਣ ਲਈ ਜੋ ਉਹਨੂੰ ਠੀਕ ਲੱਗਾ ਉਹਨੇ ਕੀਤਾ। ਜੇ ਉਹਨੂੰ ਰਗੜਨਾ ਸੀ ਤਾਂ ਰਗੜਿਆ ਕਿਸੇ ਨੂੰ, ਜੇ ਉਹਨੂੰ ਕਿਸੇ ਨੂੰ ਸਨਮਾਨਿਤ ਕਰਨਾ ਸੀ ਤਾਂ ਸਨਮਾਨਿਤ ਕੀਤਾ ਉਹਨੂੰ ਜਾ ਕੇ, ਠੀਕ ਹੈ। ਸੋ ਇਹਦਾ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ। ਹੁਣ ਇੱਥੇ ਜਿਹੜੇ ਹੈਗੇ ਤਿੰਨ ਸਾਹਿਬ, ਇੱਥੇ ਤੁਸੀਂ ਦੇਖੋ ਜਾ ਕੇ ਗਰੀਬੀ ਕੀ ਆ? ਜੇ ਮੈਂ ਤੁਹਾਨੂੰ ਮੋਟੇ ਤੌਰ 'ਤੇ ਪੁੱਛੀ, ਗਰੀਬੀ ਇਹ ਹੈ ਜੀ, ਤੁਹਾਨੂੰ ਖਾਣ ਨੂੰ ਪੂਰਾ ਮਿਲਣਾ, ਰੋਟੀ ਨਾ ਮਿਲਣੀ, ਤੁਹਾਨੂੰ ਪਹਿਨਣ ਦੇ ਕੱਪੜਾ ਨਾ ਮਿਲਣਾ, ਤੁਸੀਂ ਠਰਦੇ ਆ ਪਾਲੇ ਦੇ ਵਿੱਚ, ਸਾਡੇ ਕੋਲ ਕੱਪੜਾ ਹੈ ਨਹੀਂ, ਇਹ ਗਰੀਬੀ ਆ। ਗਰੀਬੀ ਇਹ ਆ ਜਿਸ ਵੇਲੇ ਬਾਰਿਸ਼ ਪੈਂਦੀ ਆ, ਸਨੋ ਪੈਂਦੀ ਆ, ਤੁਹਾਡੇ ਕੋਲ ਸਿਰ ਢੱਕਣ ਨੂੰ ਕੋਈ ਥਾਂ ਨਹੀਂ ਹੈ, ਇਹ ਗਰੀਬੀ ਹੈ ਤਿੰਨ ਸਾਹਿਬ। ਤੁਸੀਂ ਬਿਮਾਰ ਹੋ ਜਾਂਦੇ ਆ, ਤੁਹਾਡਾ ਬੱਚਾ ਬਿਮਾਰ ਹੋ ਜਾਂਦਾ ਜਾ ਕੇ, ਉਹਦੇ ਲਈ ਤੁਹਾਡੇ ਕੋਲ ਪੈਸੇ ਨਹੀਂ ਹੈ ਉਹਦੇ ਇਲਾਜ ਕਰਾਉਣ। ਉਹ ਤਾਂ ਫਿਰ ਕੁੱਲੀ ਗੁੱਲੀ ਜੁੱਲੀ ਹੈ ਨਾ, ਤਿੰਨੇ ਚੀਜ਼ਾਂ ਜਿਹੜੀਆਂ। ਹਾਂ, ਕੋਈ ਲਫ਼ਜ਼ ਵੀ ਦੇ ਲਓ ਇਹਨੂੰ ਜਾ ਕੇ, ਠੀਕ। ਸੋ ਮੇਰਾ ਕਹਿਣ ਤੋਂ ਮਤਲਬ ਇਹ ਰੀਅਲ ਗਰੀਬੀ ਆ। ਇਹ ਗਰੀਬੀ ਨਹੀਂ ਹੈ ਜਾ ਕੇ ਵੀ ਮੈਨੂੰ 36 ਪ੍ਰਕਾਰ ਦੇ ਭੋਜਨ ਨਹੀਂ ਮਿਲਦੇ ਹੈ। ਇਹ ਗਰੀਬੀ ਨਹੀਂ ਹੈ ਵੀ ਫਲਾਣੇ ਏਰੀਏ ਦੇ ਵਿੱਚ ਮੇਰਾ 8 ਬੈਡਰੂਮ ਦਾ ਘਰ ਕਿਉਂ ਨਹੀਂ ਹੈ। ਇਹ ਗਰੀਬੀ ਨਹੀਂ ਹੈ ਵੀ ਮੇਰੀ ਆ ਨਵੇਂ ਮਾਡਲ ਦੀ ਕਾਰ ਨਿਕਲੀ ਹੈ ਮੇਰੇ ਕੋਲ ਹੈ ਨਹੀਂ ਜਾ ਕੇ। ਇਹ ਨਹੀਂ ਹੈ ਗਰੀਬੀ ਜਾ ਕੇ। ਇਹ ਅਸੀਂ ਇੱਥੇ ਇਹਨੂੰ ਗਰੀਬੀ 'ਤੇ ਲੱਗੇ ਹੋਏ ਆ ਜਾ ਕੇ ਵੀ ਫਲਾਣੇ ਕੋਲ ਹੈ ਤਾਂ ਫਲਾਣੇ ਕੋਲ ਹੈਗਾ। ਇਹ ਜਿਹੜੇ ਸੁਣਨ ਵਾਲੇ ਸਾਡੇ ਬੰਦੇ, ਇਹ ਤਾਂ ਹੈ ਹੀ ਨਹੀਂ ਕੋਈ ਵੀ ਗਰੀਬ। ਜਿੰਨੇ ਸਾਰੇ ਮੈਂ ਹੁਣ ਸੁਣਨ ਵਾਲਿਆਂ ਨੂੰ ਕਹਿੰਦਾ, ਜਿੰਨੇ ਤੁਸੀਂ ਸਾਰੇ ਹੈਗੇ, ਤੁਹਾਨੂੰ ਇਹ ਕੋਈ ਸਮੱਸਿਆ ਨਹੀਂ ਹੈ, ਤੁਹਾਨੂੰ ਪਤਾ ਹੀ ਨਹੀਂ ਵੀ ਗਰੀਬੀ ਕੀ ਹੁੰਦੀ ਹੈ। ਇਹ ਅੱਜ ਦਾ ਜਿਹੜਾ ਟੌਪਿਕ ਹੈ, ਦੱਸਣ ਵਾਲੀ ਗੱਲ ਆ ਵੀ ਤੁਸੀਂ ਜਿਹੜੇ ਸੁਣਨ ਵਾਲੇ ਕਿੰਨੇ ਖੁਸ਼ ਨਸੀਬ ਆ ਜਿਹੜੇ ਜਾ ਕੇ ਜਿਨ੍ਹਾਂ ਵਿੱਚ ਕੋਈ ਵੀ ਗਰੀਬ ਹੈ ਨਹੀਂ। ਬਿਲਕੁਲ, ਇੱਥੇ ਕੋਈ ਵੀ ਗਰੀਬ ਹੈ ਨਹੀਂ ਜਾ ਕੇ, ਜਿੱਥੇ ਜਿਹੜਾ ਮੈਂ ਕਹਿੰਦਾ ਜਿਹਨੂੰ ਰੀਅਲ ਗਰੀਬੀ ਕਹਿੰਦੇ ਆ। ਇੱਥੇ ਇੱਕ ਵੀ ਬੰਦਾ ਥਿੰਨ ਸਾਹਿਬ ਭੁੱਖ ਨਾਲ ਨਹੀਂ ਮਰ ਰਿਹਾ ਜਾ। ਪਰ ਪਰਟੀਕੂਲਰਲੀ ਇਹ ਸੋਸਾਇਟੀ ਦੇ ਵਿੱਚ ਜਿਹੜੀ ਲੋਅਰ ਮਿਡਲ ਕਲਾਸ ਆ, ਬਹੁਤ ਵੱਡੀ ਗਿਣਤੀ 'ਚ ਆ। ਹਾਂਜੀ, ਜਿਹੜਾ ਉਹਨਾਂ ਨੂੰ ਮੁੱਢਲੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਉਹਨਾਂ ਦੀ ਸਮੱਸਿਆ ਨਹੀਂ, ਉਹਨਾਂ ਦੀ ਸਮੱਸਿਆ ਨਹੀਂ ਹੈ। ਉਹ ਤਾਂ ਸੋਫਿਸਟੀਕੇਸ਼ਨ ਦੇ ਵਿੱਚ ਸਮੱਸਿਆ ਆਇਆ ਜਿਹੜੀ ਮੈਂ ਹੁਣ ਦੱਸ ਗਿਆ ਸੀ। ਫਿਰ ਨਵੀਂ ਕਾਰ ਉਹਦੇ ਕੋਲ ਆ, ਮੇਰੇ ਕੋਲ ਕਿਉਂ ਨਹੀਂ ਹੈ ਜਾ ਕੇ। ਮੇਰਾ ਫਲਾਣੇ ਏਰੀਆ, ਉਹਦਾ ਫਲਾਣੇ ਏਰੀਏ 'ਚ ਘਰ ਆ, ਮੇਰਾ ਫਲਾਣੇ ਏਰੀਏ ਦੇ ਵਿੱਚ ਘਰ ਆ ਜਾ ਕੇ, ਉਹ ਕਿਉਂ ਨਹੀਂ ਹੈ। ਇਹਨੂੰ ਗਰੀਬੀ ਸਮਝਦੇ ਤੁਸੀਂ। ਅੱਛਾ, ਜਿਹੜੀ ਸ਼ੁਕਰਗੁਜ਼ਾਰੀ ਦੀ ਘਾਟ ਆ, ਕੀ ਉਹ ਗਰੀਬੀ ਦਾ ਅਹਿਸਾਸ ਜ਼ਿਆਦਾ ਕਰਵਾਉਂਦੀ ਹੈ? ਹਾਂ, ਦੇਖੋ ਸ਼ੁਕਰਗੁਜ਼ਾਰੀ ਇੱਕ ਬਹੁਤ ਵੱਡਾ ਗੁਣ ਆ, ਯਾਨੀ ਠੀਕ ਹੈ। ਹੁਣ ਸਾਡੀ ਗੁਣ ਨਾ ਰੱਖੋ ਤੁਸੀਂ, ਜਿਹੜੀ ਫੀਲਿੰਗ ਦੇ ਤੌਰ 'ਤੇ ਆ, ਜਿਹੜਾ ਇੱਕ ਅਹਿਸਾਸ ਹੈ, ਯਾਰ ਮੈਂ ਤਾਂ ਗਰੀਬ ਹਾਂ। ਹੁਣ ਅਹਿਸਾਸ ਦੇ ਵਿੱਚ ਜਿਹੜੇ ਸ਼ੁਕਰਗੁਜ਼ਾਰ ਲੋਕ ਨੇ, ਉਹਨਾਂ ਨੂੰ ਗਰੀਬੀ ਦਾ ਅਹਿਸਾਸ ਘੱਟ ਹੁੰਦਾ। ਤਿੰਨ ਸਾਹਿਬ ਦੇਖੋ, ਮੈਂ ਇੱਕ ਤੁਹਾਨੂੰ ਗੱਲ ਦੱਸਦਾ। ਜੇ ਕਿਸੇ ਬੰਦੇ ਨੂੰ ਇਹ ਫੀਲਿੰਗ ਹੈਗੀ ਹੈ, ਜਿੱਦਾਂ ਹੁਣ ਕਈਆਂ ਫਿਲਾਸਫਰਾਂ ਨੇ ਇਹ ਕਿਹਾ ਵੀ ਪਾਵਰਟੀ ਇਜ਼ ਨਾਟ ਇਨ ਹੈਵਿੰਗ ਲੈਸ, ਪਾਵਰਟੀ ਇਜ਼ ਇਨ ਡਿਜ਼ਾਇਰਿੰਗ ਮੋਰ। ਠੀਕ ਹੈ, ਪਾਵਰਟੀ ਇਸ ਗੱਲ ਦੇ ਵਿੱਚ ਨਹੀਂ ਹੈ ਵੀ ਮੇਰੇ ਕੋਲ ਥੋੜ੍ਹਾ ਆ, ਪਾਵਰਟੀ ਆ ਵੀ ਮੇਰੀਆਂ ਇੱਛਾਵਾਂ ਜ਼ਿਆਦਾ ਜਿਹੜੀਆਂ ਹੈਗੀਆਂ ਹੈ। ਸੋ ਇਹ ਜਿਹੜੀ ਹੈਗੀ ਆ, ਜੇ ਤੁਹਾਡੇ ਵਿੱਚ ਇਸ ਗੱਲ ਦੀ ਸ਼ੁਕਰਗੁਜ਼ਾਰੀ ਹੈਗੀ ਵੀ ਮੇਰੇ ਕੋਲ ਅਨਫ ਹੈਗਾ, ਠੀਕ ਹੈ, ਫਿਰ ਤਾਂ ਹੈਲਪ ਕਰਦੀ ਆ। ਪਰ ਜੇ ਤੁਹਾਡੇ ਕੋਲ ਹੈ ਹੀ, ਜੇ ਤੁਹਾਡੇ ਕੋਲ ਰੀਅਲ ਗਰੀਬੀ ਹੈ ਜਿਹਦਾ ਮੈਂ ਜ਼ਿਕਰ ਕਰਕੇ ਹਟਿਆ, ਫਿਰ ਤਾਂ ਸਮੱਸਿਆ ਹੋ ਰਿਹਾ ਨਾ। ਫਿਰ ਤਾਂ ਸ਼ੁਕਰਗੁਜ਼ਾਰੀ, ਇਮਾਨਦਾਰੀ, ਅਤੇ ਫਿਰ ਤਾਂ ਜਿਹੜੀਆਂ ਆਪਣੇ ਰਹਿਮ ਦਾ ਜਜ਼ਬਾ ਫਲਾਨਾ, ਫਿਰ ਤਾਂ ਇਹ ਚੀਜ਼ਾਂ ਇਰੈਲੀਵੈਂਟ ਹੋ ਜਾਂਦੀਆਂ। ਇਹ ਤਾਂ ਰੈਲੀਵੈਂਟ ਹੋ ਜਾਂਦਾ। ਫਿਰ ਤਾਂ ਇਹ ਆ ਵੀ ਉਹਨੂੰ ਪੁੱਛਿਆ ਜਾ ਕੇ ਵੀ ਕੀ ਹੁੰਦਾ, ਉਹ ਕਹਿੰਦਾ ਰੋਟੀ। ਕੋਈ ਵੀ ਹਰ ਸਵਾਲ ਜਿਹੜਾ ਸੀ ਉਹਦਾ ਜਵਾਬ ਹੁੰਦਾ ਸੀ ਰੋਟੀ। ਭੁੱਖੇ ਦੀ ਪੋਜੀਸ਼ਨ ਹੋ ਰਿਹਾ, ਉਹ ਗਰੀਬੀ ਦੀ ਗੱਲ ਕਰ ਰਹੇ ਹਾਂ ਆਪਾਂ ਜਿਹੜੀ ਹੈਗੀ। ਪਰ ਸਭ ਹੁਣ ਥੋੜ੍ਹੀ ਜਿਹੀ ਅਮੀਰੀ ਦੀ ਵੀ ਗੱਲ ਦੱਸੋ। ਗਰੀਬੀ ਦੀਆਂ ਤੁਸੀਂ ਕਾਫੀ ਗੱਲਾਂ ਦੱਸਦੀਆਂ। ਤਿੰਨ ਸਾਹਿਬ, ਇੱਕ ਤਾਂ ਮੈਂ ਤੁਹਾਨੂੰ ਦੱਸਾਂ, ਮੈਂ ਜਾਂ ਪਿੱਛੇ ਨਿਗਾਹ ਮਾਰਦਾ, ਮੈਂ ਇਹ 'ਤੇ ਵੀ ਕਰਦਾ ਗੱਲ ਜਿਹੜੀ ਤੁਸੀਂ ਕਿਹਾ। ਹਰ ਦੌਰ ਦੇ ਵਿੱਚ ਗਰੀਬ ਹੀ ਪਿਸ ਹੋਇਆ। ਮੈਂ ਦੇਖਿਆ ਰਾਜ ਚਾਹੇ ਕਿਸੇ ਦਾ ਵੀ ਹੋਇਆ, ਪਰ ਹਰ ਦੌਰ ਦੇ ਵਿੱਚ ਗਰੀਬ ਹੀ ਪਿਸ ਹੋਇਆ ਜਾ ਕੇ ਜੀ। ਉਹਨੂੰ ਚਾਹੇ ਧਰਮ ਦੇ ਨਾਂ 'ਤੇ ਕੀਤਾ ਜਾਂ ਉਹਨੂੰ ਕਿਸੇ ਜ਼ਾਤ ਦੇ ਨਾਂ 'ਤੇ ਕੀਤਾ, ਪਰ ਉਹਨੂੰ ਯਾਨੀ ਹਰ ਗੱਲ 'ਤੇ ਵਿੱਚ ਰਗੜੇ ਲੱਗਦੇ ਰਹੇ ਪਹਿਲਾਂ ਤੋਂ ਜਾ ਕੇ। ਹੁਣ ਇੱਕ ਆਮ ਬਹੁਤ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਔਰੰਗਜ਼ੇਬ ਨੇ ਕਿਹੜੇ ਮੁਸਲਮਾਨਾਂ ਨੂੰ ਵਜ਼ੀਫੇ ਲਾ ਦਿੱਤੇ ਸੀਗੇ, ਉਸ ਵੇਲੇ ਵੀ ਆਮ ਹੁਣ ਸਾਡੇ ਦੱਸਿਆ ਜਾਂਦਾ ਜਾ ਕੇ ਜੀ ਵੀ ਉਹਨੇ ਜਿਹੜੇ ਹੈਗੇ ਆ ਮੁਸਲਮਾਨਾਂ ਨੇ ਬਹੁਤ ਬੜੀਆਂ ਰਾਇਤਾਂ ਦੇ ਦਿੱਤੀਆਂ ਜਾ ਕੇ, ਜਾਂ ਉਹਨੇ ਕਿਰਪਾਨ ਨਾਲ ਵੱਢਣੇ ਸ਼ੁਰੂ ਕਰ ਦਿੱਤੇ, ਤਾਂ ਜਿਹੜੇ ਹੈਗੇ ਆ ਉਹ ਜਿਹੜੇ ਆ ਮੁਸਲਮਾਨ ਬਣ ਗਏ ਜਾ ਕੇ।
ਵੀ ਉਹਨਾਂ ਨੂੰ ਲਾਲਚ ਦਿੱਤਾ ਗਿਆ ਤਾਂ ਬਣੇ ਆ। ਥਿੰਦ ਸਾਹਿਬ ਇਤਿਹਾਸ 'ਤੇ ਜੇ ਥੋੜ੍ਹੀ ਜਿਹੀ ਨਿਗਾਹ ਮਾਰੋ, ਇੱਦਾਂ ਹੋਇਆ ਨਹੀਂ ਹੈ। ਮੈਂ ਦੱਸਾਂ ਇਸਲਾਮ ਦੇ ਵਿੱਚ, ਹਿੰਦੁਸਤਾਨ ਵਿੱਚ ਪਾਪੂਲਰ ਹੋਣ ਦਾ ਕਾਰਨ ਇਹ ਸੀਗਾ ਜਾ ਕੇ ਵੀ ਇਸਲਾਮ ਨੇ ਬਰਾਬਰ ਦਾ ਫਲਸਫਾ ਦਿੱਤਾ ਆ ਕੇ ਉਹਨਾਂ ਨੂੰ। ਜਿੱਥੇ ਪਹਿਲਾਂ ਇਨਸਾਨ ਜਾ ਕੇ ਟੱਚ ਨਾ ਸੀ ਕਰਦਾ ਹੈਗਾ, ਜਾ ਕੇ ਉਹ ਕੁੱਤਾ ਖਾ ਜਾਵੇ ਭਾਂਡੇ ਦੇ ਵਿੱਚ ਤਾਂ ਉਹਨੂੰ ਵਰਤ ਲੈਂਦੇ ਸੀ, ਬੰਦਾ ਹੱਥ ਲਾ ਜਾਵੇ ਤਾਂ ਵਰਤਦੇ ਨਾ ਸੀ। ਇਸਲਾਮ ਨੇ ਕਿਹਾ ਵੀ ਬਰਾਬਰ ਆ ਸਾਰੇ, ਆਓ ਇੱਕੋ ਮਸਜਿਦ ਦੇ ਵਿੱਚ ਨਮਾਜ਼ ਪੜ੍ਹੋ, ਇਕੱਠੇ ਬੈਠ ਕੇ ਹੁੱਕਾ ਪੀਓ, ਇਕੱਠੇ ਬੈਠ ਕੇ ਜਿਹੜੇ ਰੋਟੀ ਖਾਓ ਇੱਕੋ ਛਾਬੇ ਦੇ ਵਿੱਚੋਂ ਕੱਢ ਕੇ ਜਾ ਕੇ। ਉਹਦੇ ਨਾਲ ਕੀ ਹੋਇਆ, ਜਿਹੜਾ ਹੇਠਲਾ ਤਬਕਾ ਸੀ ਜਿਹਨੂੰ ਅਨਟੱਚੇਬਲ ਕਿਹਾ ਸੀ, ਉਹਨੇ ਕਿਹਾ ਅਸੀਂ ਇੱਧਰ ਸਾਨੂੰ ਇੱਜ਼ਤ ਮਿਲਦੀ ਹੈ, ਇੱਧਰ ਸਾਨੂੰ ਕੁਝ ਵੀ ਨਹੀਂ ਮਿਲਦਾ ਜਾ ਕੇ। ਉਹ ਉੱਧਰ ਨੂੰ ਜਾਣ ਲੱਗ ਪਏ। ਇਹ ਨਹੀਂ ਸੀ ਵੀ ਔਰੰਗਜ਼ੇਬ ਜਾਂ ਉਹਨੇ ਇਹ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਪੈਸੇ ਬਹੁਤ ਦੇਵਾਂਗੇ, ਤੁਸੀਂ ਸਾਡੇ ਵੱਲ ਆ ਜਾਓ, ਜਾਂ ਇੱਦਾਂ ਨਹੀਂ ਸੀ ਹੋਇਆ ਜਾ ਕੇ ਜੀ। ਉਹ ਸੋ ਇੱਦਾਂ ਦੀਆਂ ਗੱਲਾਂ, ਕਈ ਗਲਤਫਹਿਮੀਆਂ ਉਹਦੇ ਵਿੱਚ ਹੁੰਦੀਆਂ। ਇੱਕ ਮੈਂ ਤੁਹਾਨੂੰ ਹੋਰ ਇੱਕ ਮੈਨੂੰ ਗੱਲ ਯਾਦ ਆ ਗਈ ਜੀ। ਇੱਕ ਵਾਰ ਮੈਂ ਪੜ੍ਹਦਾ ਸੀ ਉਸ ਵੇਲੇ ਜੀ, ਅਤੇ ਉਸ ਵੇਲੇ ਬੰਬਈ ਦੇ ਵਿੱਚ ਇਲੈਕਸ਼ਨ ਹੋਈ ਜੀ। ਉੱਥੇ ਇੱਕ ਬੜੇ ਲੀਡਰ ਹੁੰਦੇ ਸੀ ਉਹਨਾਂ ਦਿਨਾਂ 'ਚ ਕਾਂਗਰਸ ਦੇ, ਐਸ ਕੇ ਪਾਟਲ। ਐਸ ਕੇ ਪਾਟਲ ਦੇ ਖਿਲਾਫ ਜਾਰਜ ਫਰਨਾਂਡਸ ਖੜ੍ਹ ਗਏ ਆ ਕੇ ਉੱਥੋਂ। ਅੱਛਾ ਜੀ। ਉਹਨਾਂ ਦਿਨਾਂ 'ਚ ਖੜ੍ਹ ਗਏ ਤਾਂ ਉਹਨੇ ਕਿਹਾ ਆਈ ਵਿਲ ਕਿਲ ਦੀ ਲਾਇਨ ਇਨ ਹਿਜ਼ ਓਨ ਡੈਨ। ਉਹ ਕਹਿੰਦੇ ਵੀ ਇੱਥੇ ਮਾਰੂ ਜਾ ਕੇ ਉਹਨੂੰ। ਅੱਛਾ, ਉੱਥੇ ਇੱਕ ਮੁਸਲਮਾਨ ਬਸਤੀ ਦੇ ਵਿੱਚ ਐਸ ਕੇ ਪਾਟਲ ਨੇ ਸਪੀਚ ਕੀਤੀ ਜਾ ਕੇ। ਦੇਖੋ ਮੈਨੂੰ ਚੇਤਾ ਕਹਿੰਦਾ ਜੀ, ਉਹਨੇ ਸਪੀਚ ਕੀਤੀ ਜਾ ਕੇ। ਉਹਨੇ ਕਿਹਾ ਵੀ हमने आपको गवर्नर बनाया, मुसलमानों को कह रहे हैं, हमने आपको गवर्नर बनाया, हमने आपको वज़ीर बनाया, हमने आपको चीफ जस्टिस बनाया जाके, इतने बड़े उद्दों पर दिया है जाके, हम मुसलमानों के साथ बहुत अच्छा बर्ताव कर। उन्हीं प्लैनिंग अपनी इदा की ਸੀਗੀ ਵੀ ਜਿੱਥੇ ਉਹ ਬੋਲ ਕੇ ਜਾਂਦੇ ਸੀ ਉਹ ਮਗਰੇ ਉਹ ਬੋਲਣ ਚਲ ਜਾਂਦੇ ਸੀ ਉੱਥੇ। ਜਾਰਜ ਫਰਨਾਂਡਸ। ਫਿਰ ਜਾਰਜ ਫਰਨਾਂਡਸ ਬੋਲੇ ਜੀ ਉਹਦੇ ਵਿੱਚ। ਉਹ ਕਹਿੰਦੇ बड़े मियाँ, मैं आपको बताऊँ, ये आपको गवर्नर भी बनाएंगे, ये आपको वज़ीर भी बनाएंगे, ये आपको जज भी बनाएंगे, चीफ जस्टिस भी बनाएंगे, लेकिन बड़े मियाँ आप इसी फुटपाथ पर जियोगे, इसी पर मरोगे, इसी में आपके बच्चे पैदा होंगे, इसी में आपके बच्चे मर जाएंगे, आपको कोई कुछ नहीं देगा बड़े मियाँ, वो और लोग हैं। उन्होंने कहने तो मतलब यह जी भी ਜਿਹੜੇ ਅਮੀਰ ਮੁਸਲਮਾਨ ਆ ਉਹਨੇ ਲੈ ਜਾਣਾ ਹੈ ਜਾ ਕੇ, ਤੁਸੀਂ ਤਾਂ ਐਸੇ ਫੁੱਟਪਾਥ 'ਤੇ ਰਹਿਣਾ ਜਾ ਕੇ। ਸੋ ਹਰ ਦੌਰ ਦੇ ਵਿੱਚ ਜਿਹੜਾ ਹੈਗਾ ਗਰੀਬ, ਜਿਹੜਾ ਹੈਗਾ ਗਰੀਬ ਪਿਸੁੰਦਾ ਰਿਹਾ ਜਾ ਕੇ। ਸੋ ਉਹਦੇ ਵਿੱਚ ਇੱਕ ਅੱਗੇ ਆਪਾਂ ਇੱਕ ਦੋ ਵਾਰ ਕਹਾਣੀ ਕੀਤੀ ਆ, ਪਰ ਫਿਰ ਵੀ ਮੇਰਾ ਦਿਲ ਕਰਦਾ ਦੱਸਣ ਨੂੰ, ਜੇ ਕਈਆਂ ਨੇ ਡਾਇਓਜੀਨਸ ਵਾਲੀ ਜਾ ਕੇ ਜੀ। ਡਾਇਓਜੀਨਸ ਜਿਹੜੇ ਹੈ ਜੀ ਉਹ ਫਿਲੋਸਫਰ ਹੋਏ ਆ ਅਲੈਗਜ਼ੈਂਡਰ ਦੇ ਟਾਈਮ ਦੇ ਜੀ, ਗਰੀਕ ਦੇ ਵਿੱਚ। ਬਹੁਤ ਸਿੱਧੇ ਬੰਦੇ ਸੀ, ਕੁਛ ਵੀ ਨਾ ਸੀ। ਜਾ ਕੇ ਕੋਲਾ ਹੀ ਰੱਖਿਆ ਹੁੰਦਾ ਸੀ, ਉਹ 'ਚ ਪਾਣੀ ਪੀ ਲੈਂਦੇ, ਉਹ 'ਚ ਰੋਟੀ ਖਾ ਲੈਂਦੇ ਸੀ। ਫਿਰ ਉਹਨੇ ਕਿਸੇ ਨੂੰ ਬੁੱਕ ਨਾਲ ਪਾਣੀ ਪੀਂਦੇ ਦੇਖ ਲਿਆ, ਫਿਰ ਉਹ ਕੋਲਾ ਵੀ ਦੇ ਦਿੱਤਾ ਕਿਸੇ ਨੂੰ, ਕਹਿੰਦੇ ਨੇ ਕੋਲੇ ਦੀ ਵੀ ਲੋੜ ਨਹੀਂ ਹੈ ਜੀ। ਉਹਨਾਂ ਦਿਨਾਂ ਦੇ ਵਿੱਚ ਅਲੈਗਜ਼ੈਂਡਰ ਨੂੰ ਇਹ ਹੁਣ ਮੈਂ ਸਾਰੀ ਕਹਾਣੀ ਦੱਸ ਲੈਂਦੇ ਹੋ ਮੈਨੂੰ। ਦੇਖੋ, ਜਿਸ ਵੇਲੇ ਅਲੈਗਜ਼ੈਂਡਰ ਦਾ ਜਨਮ ਹੋਇਆ ਤੇ ਸਿਕੰਦਰ ਦਾ 356 BC ਵਿੱਚ, ਤਾਂ ਉਹਨਾਂ ਦੇ ਜਿਹੜੇ ਬਾਪ ਸੀਗੇ ਉੱਥੇ ਦੇ ਪ੍ਰਿੰਸ ਫਿਲਿਪ ਸੀ ਸ਼ਾਇਦ ਉਹਨਾਂ ਦਾ, ਉਹਨਾਂ ਨੂੰ ਲੋਕਾਂ ਨੇ ਵਧਾਈਆਂ ਦਿੱਤੀਆਂ ਵੀ ਵਲੀ ਅਹਿਦ ਪੈਦਾ ਹੋਇਆ। ਉਹਨੇ ਉਸ ਵੇਲੇ ਕਿਹਾ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਮੇਰੇ ਵਲੀ ਅਹਿਦ ਹੋਇਆ, ਪਰ ਮੈਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਆ ਵੀ ਉਹ ਅਰਿਸਟੋਟਲ ਦੇ ਟਾਈਮ ਦੇ ਵਿੱਚ ਪੈਦਾ ਹੋਇਆ। ਹੁਣ ਜਿਹੜਾ ਅਰਿਸਟੋਟਲ ਆ ਉਹਨੂੰ ਇੱਕ ਤਹਿਜ਼ੀਬ ਯਾਫਤਾ ਇਨਸਾਨ ਬਣਾ ਦੇਊਗਾ। ਅਰਿਸਟੋਟਲ ਦਾ ਟਾਈਮ ਸੀ ਜਿਹਨੂੰ ਆਪਾਂ ਅਰਸਤੂ ਕਹਿੰਦੇ ਹਾਂ। ਇਸ ਕਰਕੇ ਅਲੈਗਜ਼ੈਂਡਰ ਦੇ ਉੱਪਰ ਅਰਿਸਟੋਟਲ ਦਾ ਅਸਰ ਸਾਰੀ ਉਮਰ ਰਿਹਾ ਜਾ ਕੇ। ਅਲੈਗਜ਼ੈਂਡਰ ਨੂੰ ਕਿਸੇ ਨੇ ਦੱਸਿਆ ਜੀ ਵੀ ਤੁਹਾਡੇ ਰਾਜ ਦੇ ਵਿੱਚ ਡਾਇਓਜੀਨਸ ਇੱਕ ਬਹੁਤ ਬੜਾ ਸੇਂਟ ਵੀ ਆ, ਫਿਲੋਸਫਰ ਵੀ ਆ ਅਤੇ ਮਲੰਗ ਵੀ ਆ, ਉਹ ਰਹਿੰਦੇ ਆ, ਤੂੰ ਨਹੀਂ ਕਿਹਾ ਮਿਲਣਾ ਜਾ ਕੇ। ਆਪਾਂ ਕੀਤੀ ਹੋਈ ਗੱਲ ਮੈਂ ਦੁਬਾਰਾ ਫੇਰ ਕਰ ਰਹਾ ਜਾ ਕੇ। ਉਹ ਜਿਸ ਵੇਲੇ ਸਿਕੰਦਰ ਨੇ ਕਿਹਾ ਜੀ ਵੀ ਉਹਨਾਂ ਨੂੰ ਲਿਆਓ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ, ਉਹਦੇ ਸਿਕੰਦਰ ਦੇ ਸੋਲਜਰ ਗਏ ਤਾਂ ਉਹਨੇ ਜਾ ਕੇ ਉਹਨਾਂ ਨੂੰ ਕਿਹਾ ਜਾ ਕੇ ਜੀ ਵੀ ਅਲੈਗਜ਼ੈਂਡਰ ਦੀ ਗ੍ਰੇਟ ਤੁਹਾਨੂੰ ਮਿਲਣਾ ਚਾਹੁੰਦੇ ਆ, ਸਿਕੰਦਰ ਆਜ਼ਮ। ਉਹ ਕਹਿੰਦੇ ਉਹ ਤਾਂ ਮਿਲਣਾ ਚਾਹੁੰਦਾ ਪਰ ਮੈਂ ਨਹੀਂ ਚਾਹੁੰਦਾ, ਕਿ ਗਏ ਨਹੀਂ। ਉਹਨਾਂ ਸੋਲਜਰਾਂ ਨੇ ਜਾ ਕੇ ਕਿਹਾ ਜੀ ਵੀ ਉਹ ਤਾਂ ਬੜਾ ਜਿਹੜਾ ਆਦਮੀ ਆ, ਗੁਸਤਾਖ ਆਦਮੀ ਆ, ਉਹਨੂੰ ਅਸੀਂ ਆਹ ਗੱਲ ਕਹੀ ਤਾਂ ਉਹਨੂੰ ਉਹ ਕਹਿੰਦਾ। ਤਾਂ ਅਲੈਗਜ਼ੈਂਡਰ ਨੇ ਕਿਹਾ ਵੀ ਉਹ ਗੱਲ ਤਾਂ ਉਹਨਾਂ ਦੀ ਠੀਕ ਹੈ, ਮੈਂ ਹੀ ਮਿਲਣਾ ਚਾਹੁੰਦਾ, ਉਹ ਤਾਂ ਮਿਲਣਾ ਨਹੀਂ ਚਾਹੁੰਦਾ, ਚਲੋ ਉੱਥੇ ਚੱਲਦੇ ਹਾਂ। ਅਲੈਗਜ਼ੈਂਡਰ ਉੱਥੇ ਚਲੇ ਗਿਆ ਜੀ, ਤਾਂ ਉਹ ਧੁੱਪੇ ਬੈਠੇ ਤੇ ਬਾਹਰ ਇੱਕ ਮੈਦਾਨ 'ਚ, ਅਤੇ ਉਹ ਅਲੈਗਜ਼ੈਂਡਰ ਨੇ ਘੋੜਾ ਆਲੇ ਦੁਆਲੇ ਉਹਨਾਂ ਨੂੰ ਦਵਾਇਆ। ਅਤੇ ਉਹ ਅਲੈਗਜ਼ੈਂਡਰ ਫਿਰ ਉਹਨਾਂ ਨੂੰ ਕਹਿੰਦਾ ਜਾ ਕੇ ਜੀ ਵੀ ਤੈਂ ਮੈਨੂੰ ਸਲਾਮ ਨਹੀਂ ਕੀਤਾ, ਵੀ ਗ੍ਰੀਟ ਆਇਆ, ਬਾਦਸ਼ਾਹ ਆਇਆ, ਤੈਂ ਮੈਨੂੰ ਗ੍ਰੀਟ ਸਲਾਮ ਨਹੀਂ ਕੀਤਾ। ਉਹ ਕਹਿੰਦੇ ਮੈਂ ਆਪਣੇ ਗੁਲਾਮਾਂ ਦੇ ਗੁਲਾਮ ਨੂੰ ਸਲਾਮ ਨਹੀਂ ਕਰਦਾ ਹੁੰਦਾ। ਕਿਆ ਬਾਤ ਹੈ। ਉਹ ਸਿਕੰਦਰ ਕਹਿੰਦਾ ਵਟ ਯੂ ਮੀਨ ਭਾਈ, ਇਹਦਾ ਮਤਲਬ ਕੀ ਹੈ ਤੁਹਾਡਾ? ਉਹ ਕਹਿੰਦਾ ਮੇਰਾ ਮਤਲਬ ਇਹ ਆ ਵੀ ਧਨ ਦੌਲਤ ਸ਼ੋਹਰਤ ਮਾਣ ਇੱਜ਼ਤ ਇਹ ਸਾਰੇ ਮੇਰੇ ਗੁਲਾਮ ਆ, ਮੈਂ ਇਹ ਬੰਨ੍ਹ ਕੇ ਰੱਖੇ ਹੋਏ ਆ, ਇਹ ਮੈਨੂੰ ਕੁਛ ਨਹੀਂ ਕਰ ਸਕਦੇ। ਮੈਂ ਜੋ ਇਹਨਾਂ ਨੂੰ ਕਹਿੰਦਾ ਉਹ ਇਹ ਕਰਦੇ ਆ, ਇਹ ਮੈਨੂੰ ਨਹੀਂ ਕਰ ਸਕਦੇ ਕਿਉਂਕਿ ਮੇਰੇ ਗੁਲਾਮ ਆ। ਤੂੰ ਇਹਨਾਂ ਦਾ ਗੁਲਾਮ ਆ, ਤੈਨੂੰ ਉਹ ਭਜਾਈ ਫਿਰਦੇ, ਕਦੇ ਉੱਧਰ ਤੈਨੂੰ ਲੈ ਜਾਂਦੇ ਆ, ਕਦੇ ਕਦੇ ਉੱਧਰ ਲੈ ਜਾਂਦੇ ਆ ਜਾ ਕੇ, ਉੱਥੇ ਹਮਲਾ ਕਰਦਾ, ਤੂੰ ਉੱਥੇ ਹਮਲਾ ਕਰਦਾ, ਜਿੱਥੇ ਤੈਨੂੰ ਇਹ ਸ਼ੋਹਰਤ ਦਾ ਗੁਲਾਮ ਫਲਾਣਾ, ਤੂੰ ਇਹਨਾਂ ਸਾਰਿਆਂ ਦਾ ਗੁਲਾਮ ਆ,
ਤੇਰੇ ਬਸ ਕੁਝ ਨਹੀਂ ਹੈ, ਤੈਨੂੰ ਇਹ ਦੜਾਈ ਫਿਰਦੇ ਆ ਕਦੇ ਕਿਤੇ ਕਦੇ ਕਿਤੇ। ਸੋ ਮੈਂ ਆਪਣੇ ਗੁਲਾਮਾਂ ਦੇ ਗੁਲਾਮ ਨੂੰ ਸਲਾਮ ਨਹੀਂ ਕਰਦਾ ਹੁੰਦਾ। ਉਹ ਅਲੈਗਜ਼ੈਂਡਰ ਇੰਪਰੈਸ ਹੋਇਆ ਬਹੁਤ ਜੀ। ਅਲੈਗਜ਼ੈਂਡਰ ਬਹੁਤ ਇੰਪਰੈਸ ਹੋ ਕੇ ਉਹਨੂੰ ਕਹਿੰਦਾ ਵੀ ਦੱਸੋ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ, ਕੀ ਮੰਗਣਾ ਤੇ? ਉਹ ਕਹਿੰਦੇ ਦੇਣਾ ਕਿ ਤੂੰ ਤਾਂ ਆਪ ਭੁੱਖਾ ਜੇ, ਤੈਂ ਮੈਨੂੰ ਕੀ ਦੇਣਾ ਸੀ? ਤੂੰ ਇੱਦਾਂ ਕਰ, ਪਹਿਲਾਂ ਜਾ ਆਪਣੀ ਭੁੱਖ ਪੂਰੀ ਕਰ ਲਾ, ਜਦੋਂ ਤੇਰੀ ਭੁੱਖ ਪੂਰੀ ਹੋ ਜਾਊਗੀ ਜਾ ਕੇ ਫੇਰ ਮੇਰੇ ਕੋਲ ਆਈ ਜਾ ਕੇ ਦੇ ਰਹੇ। ਹੁਣ ਉਹਨਾਂ ਦਾ ਕੰਟੈਕਟ ਸੀ ਵੀ ਉਹਨਾਂ ਦੇ ਹਿਸਾਬ ਨਾਲ ਸਿਕੰਦਰ ਵਾਜ਼ੇ ਪੂਰ ਮੈਨ, ਕਿਉਂਕਿ ਜਿਸ ਵੇਲੇ ਅਲੈਗਜ਼ੈਂਡਰ ਆਇਆ ਨਾ ਵਾਪਸ, ਅਲੈਗਜ਼ੈਂਡਰ ਨੇ ਆਪ ਆ ਕੇ ਵਾਪਸ ਉੱਥੇ ਆਪਣੀ ਡਾਇਰੀ ਦੇ ਵਿੱਚ ਫਿਰ ਜੋ ਲਿਖਿਆ ਨਾ ਜੀ, ਉਹਨੇ ਲਿਖਿਆ ਵੈਲਥ ਹੈਜ਼ ਨਥਿੰਗ ਟੂ ਡੂ ਵਿਦ ਰਿਚਨੈਸ। ਧਨ ਦਾ ਅਮੀਰੀ ਦੇ ਨਾਲ ਕੋਈ ਤਾਲੁਕ ਨਹੀਂ ਹੈ। ਟੂਡੇ ਆਈ ਮੈਟ ਏ ਰਿਚ ਮੈਨ, ਅੱਜ ਮੈਂ ਇੱਕ ਅਮੀਰ ਆਦਮੀ ਨੂੰ ਮਿਲਿਆ। ਹੁਣ ਉਹਨਾਂ ਦੇ ਕਨਸੈਪਟ ਦੇ ਮੁਤਾਬਕ ਜਿਹੜਾ ਡਾਇਓਜੀਨਸ ਹੈ ਉਹ ਬਹੁਤ ਰਿਚ ਮੈਨ ਸੀ, ਬਹੁਤ ਅਮੀਰ ਆਦਮੀ ਸੀ ਉਹ ਜਾ ਕੇ। ਆਮ ਦੁਨੀਆ ਦੀ ਨਿਗਾਹ ਦੇ ਵਿੱਚ ਉਹਦੇ ਕੋਲ ਕੋਲਾ ਵੀ ਨਾ ਸੀ ਜਾ ਕੇ, ਉਹ ਰਿਚਮੈਨ ਕਿੱਥੋਂ ਹੋ ਸਕਦਾ ਸੀ? ਹੁਣ ਇੱਥੇ ਜਿੱਥੇ ਜਿਹੜਾ ਰਿਚਮੈਨ ਦੀ ਤੁਸੀਂ ਗੱਲ ਕਰਦੇ ਆ, ਇਹ ਕਨਸੈਪਟ ਆ ਤੁਹਾਡੇ ਦਿਮਾਗ 'ਚ ਵੀ ਤੁਸੀਂ ਰਿਚਮੈਨ, ਜੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲਦੀਆਂ, ਜੇ ਤੁਹਾਡੇ ਕੋਲ ਜਿਹੜੀਆਂ ਮੈਂ ਕਹੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ, ਖਾਣ ਵਾਲੀ ਮਿਲ ਸਭ ਕੁਝ ਮਿਲਦਾ, ਫਿਰ ਰਿਚਨੈਸ ਇਜ਼ ਏ ਮੈਟਰ ਆਫ ਮਾਈਂਡ। ਫਿਰ ਤੁਹਾਡੇ ਮਾਈਂਡ ਦਾ ਮਤਲਬ ਹੈ, ਜੇ ਤੁਸੀਂ ਫੀਲ ਕਰੋ ਰਿਚ ਆ, ਤੁਸੀਂ ਰਿਚ ਆ। ਜੇ ਤੁਸੀਂ ਗਰੀਬ ਫੀਲ ਕਰੋ ਗਰੀਬ ਫੀਲ ਕਰੋ। ਫਿਰ ਤੁਸੀਂ ਮਿਜ਼ਰੇਬਲ ਫੀਲ ਕਰਨਾ, ਤੁਸੀਂ ਮਿਜ਼ਰੇਬਲ ਫੀਲ ਕਰੀ ਜਾਓ। ਸਭ ਕੁਝ ਹੁੰਦਿਆਂ ਹੋਇਆਂ ਵੀ ਜੇ ਤੁਸੀਂ ਇਹ ਫੀਲ ਕਰੀ ਜਾਣਾ ਵੀ ਸਾਡੇ ਕੋਲ ਤਾਂ ਕੁਛ ਨਹੀਂ, ਸਾਡੇ ਕੋਲ ਕੁਛ ਨਹੀਂ, ਫਿਰ ਤੁਸੀਂ ਪੂਰ ਹੈ। ਜੇ ਤੁਸੀਂ ਮੇਰੀ ਗੱਲ ਦੇਖੋ ਜਿਹਦੇ ਕੋਲ ਮੈਂ ਕੋਈ ਬਹੁਤਾ ਫਾਈਨੈਂਸ਼ੀਅਲੀ ਨਹੀਂ ਹੈਗਾ, ਪਰ ਮੇਰੇ ਕੋਲ ਉਹ ਚੀਜ਼ਾਂ ਹੈ ਨਹੀਂ ਜਿਹੜੀਆਂ ਮੈਂ ਚਾਹੁੰਦਾ, ਪਰ ਮੇਰੇ ਕੋਲ ਉਹ ਸਾਰੀਆਂ ਹੈਗੀਆਂ ਜਿਨ੍ਹਾਂ ਦੀ ਮੈਨੂੰ ਲੋੜ ਆ। ਬਿਲਕੁਲ, ਉਹਨਾਂ ਸਾਰਿਆਂ ਦੀ ਲੋੜ ਆ। ਹੁਣ ਜਦ ਮੇਰੀਆਂ ਲੋੜਾਂ ਸਾਰੀਆਂ ਪੂਰੀਆਂ ਹੁੰਦੀਆਂ, ਫਿਰ ਮੇਰੀ ਮਰਜ਼ੀ ਆ ਮੈਂ ਆਪਣੇ ਆਪ ਨੂੰ ਗਰੀਬ ਫੀਲ ਕਰਾਂ, ਮੇਰੀ ਮਰਜ਼ੀ ਵੀ। ਚਾਹਤ ਤਾਂ ਖਤਮ ਨਹੀਂ ਹੁੰਦੀ, ਅੱਗੇ ਤੋਂ ਅੱਗੇ ਚੱਲੀ ਜਾਂਦੀ ਹੈ। ਤਾਂ ਜਿੱਦਾਂ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਜੀ ਵੀ ਜਿਹੜੀ ਰਿਚਨੈਸ ਆ, ਇਟ ਇਜ਼ ਨਾਟ ਇਨ ਹੈਵਿੰਗ ਮੋਰ। ਇਹ ਤਾਂ ਡਿਜ਼ਾਇਰ ਦੀ ਕਮੀ ਘੱਟ ਕਰਨੀ ਹੈ। ਤੁਸੀਂ ਡਿਜ਼ਾਇਰਸ ਨੂੰ ਘੱਟ ਜੇ ਕਰ ਲੈਂਦੇ ਆ ਤਾਂ ਤੁਸੀਂ ਰਿਚ ਫੀਲ ਕਰਦੇ ਆ। ਜੇ ਤੁਸੀਂ ਲਾਲਸਾ ਹੀ ਰੱਖਣੀ ਹੈ, ਤੁਸੀਂ ਆਦੇ, ਮੈਂ ਇਹ ਨਹੀਂ ਕਹਿੰਦਾ ਲਾਲਸਾ ਨਾ ਰੱਖੋ, ਠੀਕ ਹੈ ਨਾ, ਮੈਂ ਇਹ ਨਹੀਂ ਕਹਿੰਦਾ ਤਰੱਕੀ ਨਾ ਕਰੋ, ਤੁਸੀਂ ਤਰੱਕੀ ਕਰੋ। ਪਰ ਦੇਖੋ ਇੱਕ ਤਿੰਨ ਸਾਹਿਬ ਇਹ ਕਿਹਾ ਜਾਂਦਾ, ਮੈਂ ਅੰਗਰੇਜ਼ੀ ਦਾ ਫਿਕਰ ਹੈ ਜੀ, if you are not satisfied with what you have at present, if you are not happy with what you have, you will not be happy what you wish for. ਜੇ ਤੁਹਾਡੇ ਕੋਲ ਜੋ ਕੁਝ ਹੈਗਾ, ਜੇ ਤੁਸੀਂ ਇਹਦੇ ਨਾਲ ਖੁਸ਼ ਨਹੀਂ ਹੈ, ਤਾਂ ਫਿਰ ਜਿਹੜੀਆਂ ਚੀਜ਼ਾਂ ਤੁਸੀਂ ਚਾਹੁੰਦੇ ਆ, ਜੇ ਤੁਹਾਨੂੰ ਉਹ ਮਿਲ ਗਈਆਂ, ਫਿਰ ਤੁਸੀਂ ਉਹਨਾਂ ਨਾਲ ਵੀ ਖੁਸ਼ ਨਹੀਂ ਹੋਣਾ। ਜਿਵੇਂ ਤੁਸੀਂ ਇਸ ਗੱਲ ਨਾਲ ਤਾਂ ਸਹਿਮਤ ਹੋ ਨਾ ਵੀ ਜਿਹੜੀ ਮੁੱਢਲੀਆਂ ਚੀਜ਼ਾਂ ਨੇ, ਫੰਡਾਮੈਂਟਲਸ ਨੇ, ਜਿਹੜੀ ਕੁੱਲੀ ਗੁੱਲੀ ਜੁੱਲੀ ਆ, ਹਾਂ, ਜੇ ਉਹ ਨਾ ਹੋਵੇ ਫਿਰ ਤਾਂ ਬੰਦਾ ਦੁਖੀ ਫਿਰ ਦੁਖੀ ਰਹੋ। ਓਕੇ, ਇੱਕ ਮਿੰਟ, ਫਿਰ ਜੇ ਉਹਦੇ ਭੁੱਖੇ ਹੀ ਆ, ਇੱਕ ਮਿੰਟ ਲਈ ਹੁਣ ਉਹ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ, ਜਿਹੜੀਆਂ ਲੋਕਾਂ ਕੋਲ ਹੈਗੀਆਂ ਨੇ, ਉਹ ਵੀ ਤਾਂ ਡਿਜ਼ਾਇਰ ਕਰਕੇ ਹੀ ਪੈਦਾ ਹੋਈਆਂ ਨੇ। ਬਿਲਕੁਲ, ਇੱਕ ਮਿੰਟ ਲਈ, ਹਾਂ, ਜੇ ਉਹ ਡਿਜ਼ਾਇਰ ਨਾ ਹੁੰਦੀ ਕਿ ਯਾਰ ਮੈਂ ਕੁੱਲੀ ਗੁੱਲੀ ਜੁੱਲੀ ਵਧੀਆ ਰੱਖਣੀ ਆ, ਭਾਵੇਂ ਇੱਥੇ ਤੱਕ ਹੀ ਸੀਮਿਤ ਰਹਿਣਾ, ਪਰ ਮੈਂ ਕਰਨੀ ਜ਼ਰੂਰ ਆ, ਜਿਹੜੀ ਉਹ ਡਿਜ਼ਾਇਰ ਪੂਰੀ ਕਰਨ ਲਈ ਕੁੱਲੀ ਗੁੱਲੀ ਜੁੱਲੀ ਪੂਰੀ ਕਰ ਲਈ, ਜਿਹਦੇ ਨਾਲ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋਣ ਨਾਲ ਤੁਹਾਨੂੰ ਖੁਸ਼ੀ ਦਾ ਅਹਿਸਾਸ ਹੋ ਗਿਆ। ਹਾਂ, ਪਰ ਜੇ ਤੁਸੀਂ ਡਿਜ਼ਾਇਰ ਨੂੰ ਹੀ ਤੁਸੀਂ ਕਹਿੰਦੇ ਹੋ, ਡਿਜ਼ਾਇਰ ਨੂੰ ਤੁਸੀਂ ਬਹੁਤ ਬੁਰਾ ਮੰਨਦੇ ਹੋ, ਮੈਨੂੰ ਪਤਾ ਅੱਗੇ ਵੀ ਤੁਸੀਂ ਕਿਹਾ ਇਹ ਡਿਜ਼ਾਇਰ ਆ ਜਿਹੜੀ ਸਾਰੀਆਂ ਖੁਸ਼ੀਆਂ ਦਾ ਕਤਲ ਕਰਦੀ ਆ, ਇਹ ਡਿਜ਼ਾਇਰ ਆ ਜਿਹੜੀ ਬੰਦੇ ਨੂੰ ਖਰਾਬ ਕਰਦੀ ਆ, ਡਿਜ਼ਾਇਰ ਦਾ ਤਾਂ ਕੋਈ ਅੰਤ ਹੀ ਨਹੀਂ। ਪਰ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਜੇ ਡਿਜ਼ਾਇਰ ਨਾ ਹੋਵੇ ਤਾਂ ਕੁੱਲੀ ਗੁੱਲੀ ਜੁੱਲੀ ਵੀ ਨਹੀਂ ਮਿਲਣੀ। ਤਿੰਨ ਸਾਹਿਬ ਪਹਿਲੀ ਤਾਂ ਗੱਲ ਆ, ਇਹ ਮੈਂ ਦੱਸਦਾ, ਆਈ ਹੈਵ ਨੋ ਡਿਜ਼ਾਇਰ ਟੂ ਨਾਟ ਹੈਵ ਐਨੀ ਡਿਜ਼ਾਇਰ। I have a desire to control my desires. ਇਹ ਹੈ ਮੇਰੀ desire। ਦੇਖੋ ਨਹੀਂ ਸਭ ਵੈਰੀ ਪੈਰਾਡੋਕਸੀਕਲ, the golden rule of life is that there is no golden rule। ਨਹੀਂ, ਹਾਂ ਇਹ ਤਾਂ ਹੈ, ਠੀਕ ਹੈ। ਪਰ ਦੂਜੇ ਪਾਸੇ ਆ, ਇਹ ਹੁਣ ਮੈਂ ਕਲੀਅਰ ਕਰ ਦਿਆਂ, ਜਿਹੜੀਆਂ ਬੇਸਿਕ ਲੋੜਾਂ ਆ, ਇਹਨਾਂ ਦੀ ਡਿਜ਼ਾਇਰ ਕਰਾਂ, ਨੋ ਕੰਪਰੋਮਾਈਜ਼ ਔਨ ਦੈਟ। ਤੁਸੀਂ ਫੂਡ ਕਹੋ ਜੀ ਵੀ ਮੈਂ ਫੂਡ ਦੀ ਡਿਜ਼ਾਇਰ ਨਹੀਂ ਕਰਨੀ, ਇਹ ਮੈਂ ਨਾ ਇਹਦਾ ਕਦੇ ਕਿਹਾ ਉਹਦਾ ਨਾ ਮੈਂ ਕਹੂੰਗਾ, ਠੀਕ ਹੈ ਨਾ। ਮੈਂ ਇਹ ਡਿਜ਼ਾਇਰ ਨਹੀਂ ਕਰਨੀ ਵੀ ਮੇਰੇ ਗੱਲ ਕੋਟ ਨਾ ਹੋਵੇ ਜਾ ਕੇ ਜੀ, ਇਹ ਨਹੀਂ ਮੈਂ ਕਦੇ ਵੀ ਕਰ। ਇਹ ਡਿਜ਼ਾਇਰ ਹੋਣੀਆਂ ਚਾਹੀਦੀਆਂ, ਪਰ ਇਹ ਬੇਸਿਕ ਡਿਜ਼ਾਇਰਸ ਆ। ਜਿਹੜੀਆਂ ਬੇਸਿਕ 4 ਗੱਲਾਂ ਆਪਾਂ ਕੀਤੀਆਂ, ਉਹ ਬੇਸਿਕ ਤਾਂ ਹੋਣੀਆਂ ਚਾਹੀਦੀਆਂ। ਫੂਡ ਹੋਣਾ ਚਾਹੀਦਾ, ਉਹਦੇ ਕੱਪੜੇ ਹੋਣੇ ਚਾਹੀਦੇ ਆ, ਘਰ ਹੋਣਾ ਚਾਹੀਦਾ, ਮੈਡੀਕਲ ਹੋਣਾ ਚਾਹੀਦਾ, ਇਹ 4। ਇਹ ਤੋਂ ਬਾਅਦ ਵੀ ਜੇ ਤੁਸੀਂ ਦੁਖੀ ਆ, ਫਿਰ ਤੁਹਾਡੇ 'ਚ ਕੋਈ ਪ੍ਰੋਬਲਮ ਹੈ। ਫਿਰ ਡਿਜ਼ਾਇਰ ਇਹ ਆ ਨਾ ਵੀ ਜੇ ਦੇਖੋ ਇਹ ਕੋਟ ਤਾਂ ਹੁਣ ਇੰਨੀ ਠੰਡ 'ਚ ਕੰਮ ਨਹੀਂ ਕਰ ਰਿਹਾ, ਹੁਣ ਮੇਰੀ ਡਿਜ਼ਾਇਰ ਇਹ ਆ ਵੀ ਕੋਟ ਇਹੋ ਜਿਹਾ ਹੋਵੇ ਜਿਹੜਾ ਇੰਨੇ ਟੈਂਪਰੇਚਰ 'ਚ ਕੰਮ ਕਰੇ, ਮਾਈਨਸ ਟੈਂਪਰੇਚਰ 'ਚ ਕੰਮ ਕਰੇ। ਜੇ ਮੈਂ ਉਹ ਡਿਜ਼ਾਇਰ ਪੂਰੀ ਕਰਨ ਜਾਂ ਡਿਜ਼ਾਇਰ ਰੱਖਦਾ, ਇੱਛਾ ਰੱਖਦਾ,
ਨਥਿੰਗ ਰੋਂਗ ਵਿਦ ਇਟ। ਸਿੰਘ ਸਾਹਿਬ ਜ਼ਰੂਰ ਰੱਖੋ, ਉਹ ਕੋਟ ਠੰਡ ਨੂੰ ਰੋਕਣ ਵਾਲਾ ਹੋਣਾ ਚਾਹੀਦਾ। ਇਹ ਨਹੀਂ ਵੀ ਵਰਸਾਚੀ ਦਾ ਹੀ ਹੋਵੇ ਜੀ, ਤਾਂ ਇਹ ਫਲਾਣੇ ਹੋਵੇ, ਇਹ ਦੂਏ ਦਾ, ਇਹਨੂੰ ਮੈਂ ਕਹਿੰਦਾ ਵੀ ਇਹਦੇ ਤੋਂ ਜਰਾ ਹੋ ਜਾਵੇ। ਜੇ ਵਰਸਾਚੀ ਤੋਂ ਬਿਨਾਂ ਵੀ ਤੁਹਾਡੇ ਕੋਲ ਕੋਟ ਹੈਗਾ ਆ ਫਿਰ ਠੀਕ ਹੈ, ਉਹ ਕੋਈ ਗੱਲ ਨਹੀਂ, ਫਿਰ ਨਹੀਂ ਹੈ ਤਾਂ ਠੀਕ ਹੈ ਨਾ ਜਾ ਕੇ। ਸੋ ਮੇਰੇ ਕਹਿਣ ਤੋਂ ਮਾਰਾ ਵੀ ਇੱਦਾਂ ਦੀਆਂ ਡਿਜ਼ਾਇਰ ਤੋਂ ਹੈਗੇ ਆ। ਬਾਕੀ ਇੱਥੇ ਜਿਹੜੇ ਲੋਕ ਸਿੰਘ ਸਾਹਿਬ ਸੁਣਨ ਵਾਲਿਆਂ ਨੂੰ ਮੈਂ ਇਹ ਕਹਾਂ ਵੀ ਤੁਸੀਂ ਸਾਰੇ ਹੀ ਅਮੀਰ ਆ ਜਾ ਕੇ, ਕਿਉਂਕਿ ਤੁਹਾਡੇ ਕੋਲ ਸਾਰੀਆਂ ਗੱਲਾਂ ਹੈਗੀਆਂ। ਠੀਕ ਹੈ, ਤੁਸੀਂ ਆਪਣੀ ਤਰੱਕੀ ਲਈ ਕੋਸ਼ਿਸ਼ ਕਰਦੇ ਰਹੋ, ਇਹ 'ਚ ਕੋਈ ਮਾੜੀ ਗੱਲ ਨਹੀਂ ਹੈ ਜਾ ਕੇ। ਤਾਂ ਹੁਣ ਤੁਸੀਂ ਅਮੀਰ ਦੀ ਗੱਲ ਕਰਦੇ ਸੀ, ਹੁਣ ਅਮੀਰ ਕਿੱਦਾਂ ਬਣਦਾ ਜੀ? ਜਿਹਨੂੰ ਫਾਈਨੈਂਸ਼ੀਅਲ ਅਮੀਰ ਕਿੱਦਾਂ ਬਣਦਾ? ਠੀਕ ਹੈ। ਮੈਂ ਤਾਂ ਇਹ ਸੁਣਿਆ ਵੀ ਬਹੁਤੇ ਲੋਕ ਇਹ ਕਹਿੰਦੇ ਆ ਵੀ ਜਿਹੜੇ ਵੀ ਅਮੀਰ ਆਦਮੀ ਨੇ ਇਹ ਐਕਸਪਲੋਇਟ ਕਰਦੇ ਦੂਜਿਆਂ ਨੂੰ, ਐਕਸਪਲੋਇਟੇਸ਼ਨ ਨਾਲ ਲੋਕਾਂ ਦਾ ਲਹੂ ਪੀ ਕੇ ਇਹ ਬਿਜ਼ਨਸ ਜਿਹਾ ਕਰ ਲੈਂਦੇ ਆ, ਫਿਰ ਉੱਥੋਂ ਲੁੱਜਾਂ ਖੂਨ ਪੀਂਦੇ ਰਹਿੰਦੇ ਆ ਤੇ ਅਮੀਰ ਹੋ ਜਾਂਦੇ। ਪਰ ਇਹਨਾਂ ਨੂੰ ਨੀਂਦ ਨਹੀਂ ਆਉਂਦੀ, ਰੱਬ ਇਹਨਾਂ ਤੋਂ ਦੂਰ ਭੱਜਦਾ, ਇਹ ਸੌਂ ਨਹੀਂ ਸਕਦੇ, ਇਹ ਬੜੇ ਦੁਖੀ ਰਹਿੰਦੇ ਆ, ਬਿਮਾਰ ਹੋ ਜਾਂਦੇ ਹਨ, ਬਿਮਾਰੀਆਂ ਬਹੁਤ ਭੈੜੀਆਂ ਲੱਗਦੀਆਂ, ਔਰ ਜਦੋਂ ਦੌਲਤ ਆਉਂਦੀ ਹੈ ਨਾਲ ਬਿਮਾਰੀਆਂ ਲੈ ਕੇ ਆਉਂਦੀ। ਸਿੰਘ ਸਾਹਿਬ ਬਹੁਤੀ ਵਾਰ ਤਾਂ ਮੈਂ ਤੁਹਾਨੂੰ ਦੱਸਦਾ, ਦੇਖੋ ਲੰਮੀ ਗੱਲ ਇਹ ਪੈ ਜਾਣੀ ਹੈ, ਬਹੁਤੀ ਵਾਰ ਤਾਂ ਸਮੇਂ ਦੀ ਸਰਕਾਰ ਨੇ ਧਰਮ ਤੋਂ ਇੱਦਾਂ ਦੀਆਂ ਗੱਲਾਂ ਇਸ ਕਰਕੇ ਵੀ ਕਹੀਆਂ ਵੀ ਇਹ ਗਰੀਬ ਉੱਠ ਕੇ ਰੌਲਾ ਨਾ ਪਾਉਣ ਜਾ ਕੇ, ਠੀਕ ਹੈ ਨਾ। ਇਹ ਜੋ ਹੈਗੀ ਆ ਉਹ ਠੀਕ ਹੈ, ਰੁੱਖੀ ਮਿੱਸੀ ਖਾਣ ਤਾਂ ਰਹਿਣ, ਜੇ ਭਾਣਾ ਮੰਨਣ ਅਤੇ ਭਾਣੇ ਮੰਨਣ ਦੇ ਵਿੱਚ ਇਹ ਰਹਿਣ ਦੇ, ਠੀਕ ਹੈ। ਇਹ ਸਿੱਖਿਜ਼ਮ ਇੱਕ ਲੜਿਆ ਨਹੀਂ, ਬਾਕੀ ਸਾਰਿਆਂ ਨੇ ਇਹੀ ਕਿਹਾ ਵੀ ਕੋਈ ਨਹੀਂ ਜੋ ਹੈਗਾ, ਕਿ ਮੈਂ ਇਹ ਗੱਲ ਨਹੀਂ ਕਹਿੰਦਾ ਹੈ, ਮੈਂ ਇਹ ਕਹਿੰਦਾ ਵੀ ਤੁਸੀਂ ਆਪਣੀ ਬਿਹਤਰੀ ਲਈ ਲੜੋ। ਬਾਕੀ ਅਮੀਰ ਕਿੱਦਾਂ ਬਣਦਾ ਇਹਦੇ ਬਾਰੇ ਜੇ ਕਿ ਬਹੁਤ ਅਲੱਗ ਵਿਊ ਹੈ। ਕੋਈ ਤਾਂ ਕਹਿੰਦਾ ਇਹ ਹੈਗਾ ਜੀ ਇਹ ਤਾਂ ਪਾਪਾਂਬਾਜ਼ ਨਾ ਹੋਏ ਇਕੱਠੀ, ਇਹ ਤਾਂ ਹੁੰਦੇ ਹੀ ਨਹੀਂ ਹੈ ਜਾ ਕੇ, ਠੀਕ ਹੈ ਨਾ ਜੀ। ਦੂਜੇ ਇਹ ਈਵਨ ਪ੍ਰਾਊਡਨ ਇੱਕ ਰਾਈਟਰ ਉਹਨੇ ਇੱਥੇ ਤੱਕ ਕਹਿੰਦਾ ਆਲ ਪ੍ਰੋਪਰਟੀਜ਼ ਥੈਫਟ। ਮਤਲਬ ਇੱਦਾਂ ਦੇ ਬੰਦੇ ਵੀ ਹੈਗੇ ਜਿਹੜੇ ਕਹਿੰਦੇ ਆਲ ਪ੍ਰੋਪਰਟੀਜ਼ ਥੈਫਟ ਤੋਂ ਬਿਨਾਂ ਬਣਦੀ ਹੀ ਨਹੀਂ ਹੈ ਜਾ ਕੇ। ਕੋਈ ਬੰਦੇ ਇਹ ਕਹਿੰਦੇ ਆ ਜੀ ਵੀ ਤੁਸੀਂ ਆਪਣੇ ਜੋ ਸਮੇਂ ਦਾ ਲਾਅ ਆ, ਰੂਲ ਆ, ਉਹਦੇ ਅਧੀਨ ਰਹਿੰਦੇ ਹੋਏ ਕੰਮ ਕਰਕੇ ਜੋ ਤੁਸੀਂ ਬਣਾਉਣਾ ਚਾਹੁੰਦੇ ਬਣਾ ਲਓ ਤੁਸੀਂ ਜਾ ਕੇ। ਇਹ ਲੰਮੀਆਂ ਗੱਲਾਂ। ਔਰ ਜੇ ਤੁਸੀਂ ਕਿਸੇ ਅਮੀਰ ਆਦਮੀ ਨਾਲ ਗੱਲ ਕਰੋ, ਉਹ ਕਹਿੰਦਾ ਨਾ ਮੈਂ ਕਿਸੇ ਬੰਦੇ ਨੂੰ ਐਕਸਪਲੋਇਟ ਨਹੀਂ ਕਰਦਾ। ਹਾਂ ਇੱਦਾਂ, ਮੈਂ ਸਰਕਾਰੀ ਪੈਸਾ ਖਾ ਜਾਂਦਾ, ਸਰਕਾਰੀ ਟੈਕਸ ਚੋਰੀ ਕਰ ਲੈਂਦਾ। ਮੈਂ ਜੋ ਪ੍ਰਾਈਵੇਟਲੀ ਉਹ ਦੱਸਦੇ ਆ, ਉਹ ਕਹਿੰਦੇ ਟੈਕਸ ਸਰਕਾਰ ਨੂੰ ਟਾਂਕਾ ਲਾਉਣਾ ਕੋਈ ਖਾਸ ਗੱਲ ਨਹੀਂ ਹੁੰਦੀ, ਇਹ ਕੋਈ ਪਾਪ ਨਹੀਂ, ਇਹ ਅਧਾਰਮਿਕ ਨਹੀਂ। ਉਹੀ ਗੱਲ ਮੈਂ ਕਹਿੰਦਾ, ਤੁਸੀਂ ਬੰਦੇ ਦਾ ਦਿਲ ਨਾ ਦਿਖਾਓ। ਇਹਦੇ ਬਾਰੇ ਇਸ ਕਰਕੇ ਆਈ ਐਮ ਨੋਟ, ਮੈਂ ਤਾਂ ਇਹਦੇ ਕੇਪੇਬਲ ਨਹੀਂ ਹੈ ਵੀ ਦੱਸ ਸਕਾਂ ਕਿੱਦਾਂ ਪੈਸੇ ਕਮਾਓ ਜਾ ਕੇ। ਪਰ ਇੱਕ ਗੱਲ ਹੈ ਵੀ ਸਮੇਂ ਦੇ ਕਾਨੂੰਨ ਨੂੰ ਤਾਂ ਜ਼ਰੂਰ ਮੰਨੋ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਇੱਕ ਮੈਂ ਕਲੀਅਰ ਗੱਲ ਇਹ ਕਰ ਦੇਵਾਂ ਵੀ ਦਾਨ ਨਾਲ ਪਾਵਰਟੀ ਦਾ ਹੱਲ ਨਹੀਂ ਹੈ। ਜਿਹੜਾ ਅਸੀਂ ਕਹਿੰਦੇ ਵੀ ਦਾਨ ਪੁੰਨ ਕਰਕੇ ਤੁਸੀਂ ਗਰੀਬੀ ਹਟਾ ਦੋਗੇ, ਇਹ ਦਾਨ ਦੇ ਨਾਲ ਗਰੀਬੀ ਨਹੀਂ ਹਟਦੀ ਹੈ। ਕਿਉਂ? ਮੈਂ ਦੱਸਦਾ, ਦਾਨ ਨਾਲ ਇਸ ਕਰਕੇ ਨਹੀਂ ਹਟਦੀ ਹੈ। ਗਰੀਬੀ ਹਟਣੀ ਉਸ ਵੇਲੇ ਜਿਸ ਵੇਲੇ ਤੁਹਾਨੂੰ ਜੋਬ ਮਿਲਣੀ ਹੈ ਜਾ ਕੇ, ਦਾਨ ਨਹੀਂ ਮਿਲਣਾ। ਦਾਨ ਦੇ ਨਾਲ ਮੈਂ ਪਰ ਨਾਲ ਮੈਂ ਇਹ ਵੀ ਕਹਿੰਦਾ ਵੀ ਦਾਨ ਕਰੋ। ਦਾਨ ਇਸ ਕਰਕੇ ਕਰੋ ਕਿਉਂਕਿ ਤੁਹਾਡੀ ਜਿਹੜੀ ਸੇਵਾ ਦੀ ਭਾਵਨਾ ਆ ਉਹ ਵੱਧਦੀ ਆ, ਤੁਹਾਡੇ ਅੰਦਰ ਕੰਪੈਸ਼ਨ ਵੱਧਦਾ ਆ, ਤੁਹਾਡੇ ਅੰਦਰ ਅਗਲੇ ਦੀ ਹੈਲਪ ਕਰਨ ਦਾ ਜਜ਼ਬਾ ਵੱਧਦਾ ਆ। ਇਹ ਚੀਜ਼ਾਂ ਤੁਹਾਨੂੰ ਇੱਕ ਵਧੀਆ ਮਨੁੱਖ ਬਣਾਉਣ ਦੇ ਵਿੱਚ ਹੈਲਪ ਕਰਦੇ ਆ। ਪਰ ਬਾਕੀ ਜੇ ਤੁਸੀਂ ਇਹ ਕਹੋ ਜਾ ਕੇ ਵੀ ਮੈਂ ਕਿਸੇ ਨੂੰ ਸੜਕ ਦੇ ਉੱਤੇ ਪੈਸੇ ਦੇ ਕੇ ਗਰੀਬੀ ਹੱਲ ਕਰ ਦਾਂਗਾ, ਗਰੀਬੀ ਹੱਲ ਇੱਕ ਦੀ ਕਰ ਦੂੰਗੇ ਜੇ ਸ਼ਾਇਦ ਕਰ ਦੋ ਜਾਂ ਨਾ ਕਰੋ, ਇਹ ਇਟ ਇਜ਼ ਸੋਲੂਸ਼ਨ ਨਹੀਂ ਹੈ। ਸੋਲੂਸ਼ਨ ਇਹ ਹੈਗਾ ਆ ਤੁਹਾਨੂੰ ਇੱਕ ਵਧੀਆ ਇਨਸਾਨ ਬਣਾਉਣ ਦੇ ਲਈ ਤੁਹਾਡਾ ਸੋਲੂਸ਼ਨ ਹੈਗਾ। ਪਰ ਇਹ ਦਾਨ ਦੇ ਨਾਲ ਗਰੀਬੀ ਹੱਲ ਨਹੀਂ ਹੋਈ ਹੈ। ਜਿਨ੍ਹਾਂ ਮੁਲਕਾਂ ਨੇ ਗਰੀਬੀਆਂ ਹੱਲ ਕੀਤੀ ਹੈ, ਦੁਨੀਆ ਦੇ ਵਿੱਚ ਬਹੁਤ ਮੁਲਕ ਹੈ ਜਿਹਨੇ ਗਰੀਬੀ ਦਾ ਹੱਲ ਕਰ ਲਿਆ, ਪਰ ਉਹਨੇ ਦਾਨ ਨਾਲ ਨਹੀਂ ਕੀਤਾ ਹੈ ਜਾ ਕੇ, ਠੀਕ ਹੈ ਨਾ। ਉਹਨੇ ਪਾਲਿਸੀਜ਼ ਇੱਦਾਂ ਦੀਆਂ ਬਣਾਈਆਂ ਕਿ ਕੋਈ ਅਸੀਂ ਜਦ ਪੜ੍ਹਦੇ ਹੁੰਦੇ ਸੀ ਉਹਦੀ ਦਿਮਾਗ ਦੇ ਵਿੱਚ ਬੈਠੀ ਹੋ ਜਾ ਕੇ ਇਹ ਤਾਂ ਜੀ ਗੌਰਮੈਂਟਾਂ ਦੇ ਹੱਲ ਕਰਨ ਦੀ ਗੱਲ ਆ, ਇਹ ਸਾਡੇ ਹੱਲ ਕਰਨ ਦੀ ਗੱਲ ਨਹੀਂ। ਜਿਹੜੇ ਅਮੀਰ ਲੋਕ ਨੇ ਫਿਰ ਸਾਹਿਬ, ਅਮੀਰਾਂ ਨੂੰ ਜਦੋਂ ਇਹ ਸਵਾਲ ਤੁਸੀਂ ਪੁੱਛੋ ਕਿ ਤੁਸੀਂ ਅਮੀਰ ਕਿਵੇਂ ਬਣੇ ਹੋ, ਕਈ ਲੋਕ ਤਾਂ ਕਹਿੰਦੇ ਜੀ ਇੱਕ ਕਿਸਮਤ ਹੈ, ਮੈਂ ਤਾਂ ਮਿੱਟੀ ਨੂੰ ਵੀ ਹੱਥ ਲਾਵਾਂ ਸੋਨਾ ਬਣ ਜਾਂਦਾ, ਇੱਕ ਕਿਸਮਤ ਦੇ ਖੇਲ ਨੇ। ਇੱਕ ਮਾਰਕਸਵਾਦੀ ਵਿਚਾਰ ਇਹ ਸੀ, ਇਹਦੇ ਬਾਰੇ ਤੁਹਾਨੂੰ ਜ਼ਿਆਦਾ ਪਤਾ ਹੋਣਾ, ਕਿ ਕੋਈ ਕਿਸਮਤ ਨਹੀਂ ਹੁੰਦੀ, ਸਾਰੇ ਲੋਕ ਆਪਣੇ ਹੱਥਾਂ ਦੀਆਂ ਲਕੀਰਾਂ ਵੀ ਆਪ ਲਿਖਦੇ ਆ। ਜਿਹੜੇ ਲੋਕ ਐਫਰਟ ਕਰਦੇ ਆ ਔਰ ਉਹ ਅਮੀਰ ਹੋ ਜਾਂਦੇ ਆ, ਜਿਹੜੇ ਐਫਰਟ ਨਹੀਂ ਕਰਦੇ ਉਹ ਗਰੀਬ ਰਹਿ ਜਾਂਦੇ ਆ। ਪਰ ਸਾਹਿਬ ਦੁਨੀਆ ਦੇ ਵਿੱਚ ਜਿਹੜੇ ਲੋਕ ਵੀ ਹੱਥੀਂ ਮਿਹਨਤ ਕਰਨ ਵਾਲੇ ਲੋਕ ਆ ਔਰ ਟੋਕਰੀ ਢੋਣ ਵਾਲੇ ਲੋਕ ਆ, ਉਹ ਉੱਥੇ ਕੀ ਖੜੇ ਰਹਿੰਦੇ ਆ ਔਰ ਉਸ ਤੋਂ ਬਾਅਦ ਕਦੇ ਉਹਨਾਂ ਦੀ ਵਿੱਚ ਉਹਨਾਂ ਨੂੰ ਅਮੀਰਤ ਦਾ ਕੋਈ ਨਜ਼ਾਰਾ ਨਹੀਂ ਮਿਲਦਾ। ਤਿੰਨ ਸਭ ਦੇਖੋ ਇਹ ਹੈਗੇ, ਮੈਂ ਤਾਂ ਅਮੀਰ ਕਿੱਦਾਂ ਬਣਨਾ, ਆਈ ਐਮ ਨੋਟ ਦੀ ਪ੍ਰੋਪਰ ਪਰਸਨ ਉੱਤੇ। ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਗੌਰਮੈਂਟਾਂ ਦੇ ਕੰਮ ਕਰਨ ਵਾਲੇ ਆ, ਜਿਨ੍ਹਾਂ ਗੌਰਮੈਂਟਾਂ ਨੇ ਸਹੀ ਰਸਤੇ ਲਏ ਆ, ਉਹਨੇ ਆਪਣੇ ਮੁਲਕਾਂ 'ਚੋਂ ਗਰੀਬੀ ਹਟਾਈ ਆ। ਕਈਆਂ ਮੁਲਕਾਂ ਦੇ ਵਿੱਚ ਹੁਣ ਮੈਂ ਤੁਹਾਨੂੰ ਇਹ ਦੱਸਦੇ ਹਾਂ, ਹੁਣ ਚਾਈਨਾ ਦੇ ਵਿੱਚ ਜੋ ਕੁਛ ਹੋ ਰਿਹਾ, ਮੈਂ ਉਹਦਾ ਸਮਰਥਕ ਨਹੀਂ ਹੈ ਸਾਰਿਆਂ ਦਾ, ਪਰ ਇਸ ਗੱਲ ਦਾ ਮੈਂ ਸਮਰਥਕ ਹਾਂ ਵੀ ਉਹਨੇ ਜਿਹੜੀ ਆ ਭੁੱਖਮਰੀ ਆਪਣੇ ਮੁਲਕ 'ਚੋਂ ਕੱਢ ਲਈ। ਗਰੀਬੀ ਭੁੱਖਮਰੀ ਗਏ ਉੱਥੇ ਲੋਕ ਹੁਣ ਭੁੱਖੇ ਨਹੀਂ ਮਰਦੇ ਆ ਜਾ ਕੇ,
ਠੀਕ ਹੈ ਨਹੀਂ ਉਹ ਤਾਂ ਤੁਹਾਡੇ ਸਾਥੀ ਕਹਿੰਦੇ ਸੀ ਰੂਸ ਚੋਂ ਵੀ ਕੱਢਤੀ, ਕਿੱਥੇ ਗਿਆ ਭੁੱਖੇ ਮਰਦੇ ਲੋਕ। ਥਿੰਦ ਸਾਹਿਬ ਦੇਖੋ ਮੇਰੀ ਗੱਲ ਸੁਣੋ, ਪਹਿਲੀ ਤਾਂ ਗੱਲ ਤੁਸੀਂ ਇਹ ਮੰਨ ਲਿਓ ਵੀ ਮੈਂ ਟੋਟਲੀ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਰਿਹਾ, ਪਰ ਮੈਂ ਸਿਰਫ ਇਹ ਗੱਲ ਕਰ ਰਿਹਾ ਵੀ ਜਿੱਥੇ ਅੱਗੇ ਕਾਲਾਂ ਦੇ ਨਾਲ ਲੋਕ ਮਰਦੇ ਸੀ ਉੱਥੇ ਉਹ ਲੋਕ ਮਰਨੋਂ ਹਟ ਗਏ, ਉੱਥੇ ਉਹ ਹਟੇ ਦਾਨ ਪੁੰਨ ਕਰਕੇ ਨਹੀਂ ਹਟੇ, ਗੌਰਮੈਂਟ ਦੀਆਂ ਪਾਲਿਸੀਆਂ ਕਰਕੇ ਹਟੇ। ਇੱਥੇ ਵੀ ਇੱਦਾਂ ਹੋਈ ਹੈ, ਦੁਨੀਆ ਦੇ ਬਹੁਤ ਮੁਲਕ ਹੈ ਜਿਨ੍ਹਾਂ ਦੇ ਵਿੱਚ ਗਰੀਬੀ ਜਿਹੜੀ ਆ ਹਟ ਗਈ ਆ, ਇੱਥੇ ਤਾਂ ਬਹੁਤੇ ਵਧੀਆ। ਇਹਨੂੰ ਇਸ ਪਤਾ ਨਾ ਲਿਓ ਜਾ ਕੇ ਵੀ ਮੈਂ ਕਿਸੇ ਮੁਲਕ ਦੇ ਸਿਸਟਮ ਨੂੰ ਸਹੀ ਮੰਨਦਾ, ਕਿਸੇ ਨੂੰ ਗਲਤ ਮੰਨਦਾ। ਹਰ ਸਿਸਟਮ ਦੇ ਵਿੱਚ ਫਲਾਹ ਆ, ਚਾਈਨੀਜ਼ 'ਚ ਵੀ ਫਲਾਹ ਸੀ, ਰਸ਼ੀਅਨ 'ਚ ਵੀ ਫਲਾਹ ਆ, ਇੱਥੇ ਵੀ ਫਲਾਹ ਹੈਗੇ ਆ, ਉਹ ਤਾਂ ਫਲਾਹ ਹੈਗੇ ਸਾਰਿਆਂ ਦੇ ਵਿੱਚ। ਪਰ ਜਿਹੜੇ ਹੈਗੇ ਇਹ ਗਰੀਬੀ ਗੌਰਮੈਂਟ ਦੇ ਹਟਾਉਣ ਵਾਲੀ ਗੱਲ ਹੈਗੀ ਆ, ਇਹ ਇੱਦਾਂ ਹਟਾਉਂਦੇ ਆ। ਪਰ ਜੇ ਆਲਾ ਇਨਸਾਨ ਬਣਨ ਦੇ ਲਈ ਤੁਸੀਂ ਕਿਸੇ ਦੀ ਮਦਦ ਕਰੋ, ਦੈਟਸ ਵੈਰੀ ਗੁੱਡ, ਬਹੁਤ ਚੰਗੀ ਗੱਲ ਇਹ ਹੈ। ਬਾਕੀ ਜਿਹੜੀ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਸੀ ਥਿੰਦ ਸਾਹਿਬ, ਇੱਕ ਥੋੜ੍ਹਾ ਰੈਫਰੈਂਸ ਉਹਦਾ ਦਿੰਦੇ ਆ, ਗਰੀਬੀ ਹੈਗੀ ਕਮੀ ਕਿਸੇ ਚੀਜ਼ ਦੀ, ਇਹ ਮਾਨਸਿਕ ਗਰੀਬੀ ਵੀ ਆ। ਇੱਕ ਵਾਰ ਮੈਂ ਸੁਣਿਆ ਸਾਡੇ ਇੱਕ ਪ੍ਰੋਫੈਸਰ ਸੀਗੇ ਜੀ, ਉਹ ਕਿਸੇ ਨਾਲ ਗੱਲ ਹੋਈ, ਉਹ ਆਪਣੇ ਮੈਂ ਕਿਸੇ ਦੀ ਗੱਲ ਕੀਤੀ, ਮੈਨੂੰ ਕਹਿੰਦੇ ਉਹ ਮਾਨਸਿਕ ਤੌਰ 'ਤੇ ਬਹੁਤ ਮੁਫਲਸ ਹੈ। ਮਾਨਸਿਕ ਮੁਫਲਸੀ ਦੀ ਗੱਲ ਕਰਨਗੇ। ਗਰੀਬੀ 'ਤੇ ਕਾਫੀ ਗੱਲ ਆਪਾਂ ਆਰਥਿਕ ਗਰੀਬੀ 'ਤੇ ਕਾਫੀ ਗੱਲ ਕਰ ਲਈ ਹੈ, ਹੁਣ ਥੋੜ੍ਹੀ ਜਿਹੀ ਮੈਂ ਕਿਹਾ ਇੱਕ ਮਾਨਸਿਕ ਗਰੀਬੀ 'ਤੇ ਥੋੜ੍ਹੀ ਜਿਹੀ ਕਰੀਏ। ਮਾਨਸਿਕ ਗਰੀਬੀ ਦੇਖੋ, ਗਰੀਬੀ ਕੀ ਹੁੰਦਾ, ਕਿਸੇ ਚੀਜ਼ ਦੀ ਘਾਟ ਹੋਣੀ ਜਾਂ ਨਾ ਹੋਣ, ਇਹਨੂੰ ਅਸੀਂ ਗਰੀਬੀ ਕਹਿੰਦੇ ਹਾਂ। ਹੁਣ ਮਾਨਸਿਕ ਗਰੀਬੀ ਇਹ ਆ ਵੀ ਇੱਥੇ ਜਿਹੜੇ ਸੁਣਨ ਵਾਲੇ ਆ, ਇੱਥੇ ਸੁਣਨ ਵਾਲਿਆਂ ਨੂੰ ਇਹ ਗੱਲ ਇਹ ਕਹਿ ਰਿਹਾ ਵੀ ਤੁਹਾਡਾ ਜਿਹੜੀ ਆਰਥਿਕ ਗਰੀਬੀ ਆ ਉਹ ਸਾਰੇ ਇਹਨਾਂ ਦੀ ਹੱਲ ਹੋਈ ਹੋਈ ਹੈ। ਇੱਥੇ ਕੋਈ ਨਹੀਂ ਹੈ ਜਿਹੜਾ ਹੈ ਆਪਾਂ ਨੂੰ, ਜਿਹੜਾ ਰੋਟੀ ਤੋਂ ਕੋਈ ਆਤਰ ਨਹੀਂ, ਰੋਟੀ ਤੋਂ ਨਹੀਂ, ਕੱਪੜੇ ਤੋਂ ਨਹੀਂ, ਹੈਲਥ ਤੋਂ ਨਹੀਂ, ਬਿਮਾਰੀ ਤੋਂ ਨਹੀਂ, ਜਾ ਕੇ ਕੋਈ ਆਤਰ ਨਹੀਂ ਤੋਂ। ਕਈ ਜਿਹੜੇ ਆਤਰ ਵੀ ਹੈਗੇ ਉਹਦੀ ਸਟੇਟ ਲੁੱਕ ਆਫਟਰ ਕਰ ਰਹੀ, ਸਟੇਟ ਲੁੱਕ ਆਫਟਰ ਕਰਦੇ। ਜਿਹੜੇ ਬੰਦੇ ਨਹੀਂ ਕੰਮ ਕਰਦੇ ਉਹਨਾਂ ਨੂੰ ਵੀ ਪੈਸੇ ਮਿਲੀ ਜਾਂਦੇ, ਇੱਥੇ ਕੋਈ ਨਹੀਂ ਹੈ ਜਾ ਕੇ। ਸੋ ਇਸ ਕਰਕੇ ਸਾਨੂੰ ਜ਼ਿਆਦਾ ਧਿਆਨ ਜਿਹੜਾ ਹੈਗਾ, ਇੱਕ ਤਾਂ ਇਹ ਜਿਹੜੀ ਇੰਟੈਲੈਕਚੁਅਲ ਪਾਵਰਟੀ ਹੈ ਨਾ, ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਇਹਦੀ ਜਿਹੜੀ ਹੈਗੀ ਆ, ਸਾਨੂੰ ਆਪਣੇ ਜਿਹੜੀ ਮਾਨਸਿਕ ਅਮੀਰੀ ਆ ਇਹਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਥੋੜ੍ਹੀ, ਜਿਹਦੇ ਵਿੱਚ ਆਪਣੇ ਪੜ੍ਹਾਈ ਲਿਖਾਈ ਵੱਲ ਵੀ ਧਿਆਨ ਦੇਣਾ ਚਾਹੀਦਾ, ਨੌਲੇਜ ਗ੍ਰਹਿਣ ਕਰਨ ਵੱਲ ਨੂੰ ਵੀ ਜਾਣਾ ਚਾਹੀਦਾ, ਆਪਣੇ ਜਿੱਦਾਂ ਕਹਿੰਦੇ ਹੁੰਦੇ ਆ ਗੋਸ਼ਟੀਆਂ ਕਰਕੇ ਤਿੱਖਾ ਕਰਨਾ ਚਾਹੀਦਾ, ਜਾ ਕੇ ਆਪਣੀ ਗੱਲਬਾਤ ਨੂੰ ਜਾ ਕੇ ਪੜ੍ਹਨਾ ਚਾਹੀਦਾ, ਜਾ ਕੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ, ਜਾ ਕੇ ਇੱਧਰ ਧਿਆਨ ਜਿਹੜਾ ਹੈਗਾ ਇੱਕ ਤਾਂ ਜ਼ਿਆਦਾ ਦੇਣਾ ਚਾਹੀਦਾ। ਮੈਂ ਤੁਹਾਨੂੰ ਦੱਸਾਂ ਜੀ, ਇੱਕ ਤਾਂ ਆਮ ਇਹ ਕਹਾਣੀ ਆ ਵੀ ਜਿਹੜਾ ਉਹ ਕਿਹਾ ਜਾਂਦਾ ਵੀ ਅਨਹੈਪੀ ਸੋਕਰੇਟਿਸ ਇਜ਼ ਬੈਟਰ ਦੈਨ ਏ ਹੈਪੀ ਪਿਗ। ਉਹ ਕਹਿੰਦੇ ਵੀ ਅਕਲ ਵਾਲਾ ਬੰਦਾ ਜੇ ਹੋਵੇ ਸੈਟਿਸਫਾਈ ਨਹੀਂ ਵੀ ਫਿਰ ਵੀ ਸੁਕਰਾਤ ਨਾਲੋਂ ਚੰਗਾ ਹੈਗਾ। ਇੱਕ ਥਿੰਦ ਸਾਹਿਬ ਆਪਣੇ ਜਲਾਲਉਦੀਨ ਰੂਮੀ ਹੋਏ ਆ, ਜਲਾਲਉਦੀਨ ਰੂਮੀ ਸੂਫੀ ਵੀ ਹੋਏ ਆ, ਅਤੇ ਉਹ 13ਵੀਂ ਸਦੀ ਦੇ ਵਿੱਚ ਹੋਏ ਆ। ਜਿੱਥੇ ਤੱਕ ਮੈਨੂੰ ਪਤਾ ਉਹਨਾਂ ਦਾ ਜਨਮ ਹੋਇਆ ਸੀ ਉਜ਼ਬੇਕਿਸਤਾਨ ਦੇ ਵਿੱਚ, ਅਤੇ ਮੌਤ ਉਹਨਾਂ ਦੀ ਹੋਈ ਉਜ਼ਬੇਕਿਸਤਾਨ ਦੇ ਵਿੱਚ ਬੁਖਾਰੇ 'ਚ, ਅਤੇ ਮੌਤ ਉਹਨਾਂ ਦੀ ਹੋਈ ਜਾ ਕੇ ਕੋਇਨਾ ਤੁਰਕੀ ਵਿੱਚ। ਉਹਨਾਂ ਦਾ ਇੱਕ ਫਿਕਰਾ ਆ ਉਰਦੂ ਦੇ ਵਿੱਚ, ਉਹਨੇ ਇੱਕ ਇਹ ਕਿਹਾ ਸੀਗਾ ਇੱਕ ਵਾਰ ਇਨਸਾਨ ਨੂੰ ਕਿਹਾ ਸੀ, ਤੇ ਤੁਮਾਰੀ ਅਸਲ ਹਸਤੀ ਤੋਂ ਤੁਮਾਰੀ ਸੋਚ ਹੈ, ਬਾਕੀ ਤੋਂ ਸਿਰਫ ਖਾਲੀ ਹੱਡੀਆਂ ਔਰ ਗੋਸ਼ਤ ਹੈ। ਕਿਆ ਬਾਤ ਹੈ। ਉਹ ਕਹਿੰਦੇ ਅਸਲ ਹਸਤੀ ਜਿਹੜੀ ਤੁਹਾਡੀ ਆ, ਜੋ ਤੁਸੀਂ ਅਸਲ ਦੇ ਵਿੱਚ ਆ, ਉਹ ਤਾਂ ਤੁਹਾਡੀ ਸੋਚ ਆ, ਬਾਕੀ ਤਾਂ ਹੱਡੀਆਂ ਤਾਂ ਗੋਸ਼ਤ ਹੀ ਆ। ਬਾਕੀ ਤੁਹਾਡੀ ਸੋਚ ਹੀ ਤੁਹਾਨੂੰ ਦੱਸਦੀ ਆ ਵੀ ਤੁਸੀਂ ਹਰਜਿੰਦਰ ਸਿੰਘ ਉਹੀ ਲਈ ਫਿਰਦੀ ਆ, ਜਾ ਕੇ ਉਹੀ ਤੁਹਾਨੂੰ ਲਈ ਫਿਰਦੀ ਆ, ਉਹੀ ਤੁਹਾਨੂੰ ਦੱਸਦੀ ਆ ਵੀ ਇਹ ਤੁਹਾਡੇ ਬੱਚੇ ਆ, ਉਹੀ ਤੁਹਾਡੀ ਦੱਸਦੇ ਆ ਤੁਹਾਡੇ ਮਾਂ ਬਾਪ ਆ, ਤੁਹਾਡੇ ਘਰੇਲੂ ਆ, ਇਹੋ ਜਿਹੇ ਆ, ਉਹ ਅਸਲ ਚੀਜ਼ ਆ। ਬਾਕੀ ਤੁਹਾਡੀਆਂ ਗੋਸ਼ਤ ਹੈ ਜਾਂ ਬਾਕੀ ਤਾਂ ਕੁਛ ਵੀ ਨਹੀਂ ਹੈ ਜਾ ਕੇ। ਸੋ ਉਹਨੂੰ ਇੱਕ ਤਾਂ ਡਿਵੈਲਪ ਕਰਨ ਦੀ ਬਹੁਤ ਜ਼ਰੂਰਤ ਆ। ਇੱਕ ਜਿਹੜੀ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰਤ ਆ, ਜਿਹਦੇ 'ਤੇ ਆਪਾਂ ਬਹੁਤ ਅੱਗੇ ਪ੍ਰੋਗਰਾਮ ਕਰ ਵੀ ਚੁੱਕੇ ਹਾਂ, ਪਰ ਉਹ ਹੈਗੀ ਥਿੰਦ ਸਾਹਿਬ ਪਾਵਰਟੀ ਆਫ ਰਿਲੇਸ਼ਨਸ਼ਿਪ। ਜਿਹੜੀ ਰਿਲੇਸ਼ਨਸ ਦੀ ਪਾਵਰਟੀ ਹੈ ਨਾ, ਜਿਹੜੀ ਸਾਡੀ ਆਪਣੇ ਰਿਸ਼ਤਿਆਂ ਦੀ ਗਰੀਬੀ ਹੈ ਨਾ, ਸਾਡੀ ਰਿਸ਼ਤੇ ਨਾ ਕਾਇਮ ਕਰ ਸਕੇ, ਰਿਸ਼ਤੇ ਚੰਗੇ ਰਿਸ਼ਤਿਆਂ ਦੀ ਅਣਹੋਂਦ ਜਿਹੜੀ ਆ ਉਹ ਗਰੀਬੀ ਹੈ ਸਾਡੀ। ਸਾਡੇ ਹੁਣ ਕੀ ਆ, ਇੱਥੇ ਸਭ ਕੁਛ ਹੈਗਾ ਜੀ, ਪਰ ਰਿਸ਼ਤਿਆਂ ਦੇ ਵਿੱਚ ਇੰਨੀ ਟੈਨਸ਼ਨ ਆ, ਰਿਸ਼ਤਿਆਂ ਦੇ ਵਿੱਚ ਬਾਪ ਬੇਟੇ ਵਿੱਚ ਟੈਨਸ਼ਨ ਆ ਜੀ, ਘਰ ਵਾਲਿਆਂ ਦੇ ਟੈਨਸ਼ਨ ਆ ਜੀ, ਭੈਣਾਂ ਭਰਾਵਾਂ ਵਿੱਚ ਟੈਨਸ਼ਨ ਆ, ਭਰਾ ਲੜਦੇ ਆ ਆਪਣੇ ਬਾਰੇ, ਸਭ ਕੁਛ ਹੋਣ ਦੇ ਬਾਵਜੂਦ ਵੀ। ਔਰ ਇਹ ਸਾਰੀ ਜਿਹੜੀ ਹੈਗੀ ਆ ਉਹ ਅਸਲ ਹਸਤੀ ਸੋਚ ਵਾਲੀ ਕਰਕੇ ਆ। ਇਹ ਇਸ ਕਰਕੇ ਲੜਾਈ ਨਹੀਂ ਹੈ ਵੀ ਮੈਨੂੰ ਰੋਟੀ ਨਹੀਂ ਮਿਲਦੀ ਤਾਂ ਮੈਂ ਭਰਾ ਦੀ ਰੋਟੀ ਖੋਹਣੀ ਹੈ, ਜਾ ਕੇ ਉਹਦੀ ਮੈਂ ਜਿਹੜੀ ਹੈਗੀ ਆ ਬੁਰਕੀ ਖੋਹ ਲਿਆਵਾਂ ਜਾ ਕੇ। ਰੋਟੀ ਤਾਂ ਦੋਨੇ ਖਾ ਰਹੇ ਆ ਜਾ ਕੇ, ਬਾਪ ਵੀ ਚੰਗੀ ਖਾ ਰਹੇ ਆ ਜਾ ਕੇ ਰੋਟੀ ਖਾ ਰਹੇ ਪਦਾਰਥਕਾਰ। ਮੈਂ ਇੱਕ ਵਾਰ ਕਿਹਾ ਸੀ, ਸਰਵੇ ਕੀਤਾ ਸੀ, ਮੁਗਲ ਬਾਦਸ਼ਾਹ ਨਾਲੋਂ ਬੈਟਰ ਰੋਟੀਆਂ ਖਾ ਰਹੇ, ਇੱਥੇ ਅਸੀਂ ਖਾਣੇ ਖਾ ਰਹੇ ਜਾ ਕੇ। ਮੈਂ ਇੱਥੇ ਪ੍ਰੋਫੈਸਰ ਸਾਹਿਬ ਸਰੀ ਦੇ ਵਿੱਚ ਦੂਰ ਜਾਣ ਦੀ ਲੋੜ ਨਹੀਂ, ਇੱਥੇ ਜਿਹੜਾ ਇੱਕ ਮਿਡਲ ਕਲਾਸ ਦਾ ਲੋਕ ਖਾਣੇ ਖਾਂਦੇ ਨਾ, ਜਾਂ ਜਿਹੋ ਜਿਹੇ ਖਾਣੇ ਸਾਨੂੰ ਅਵੇਲੇਬਲ ਆ, ਸਾਫ ਸੁਥਰੇ ਪਿਓਰ, ਜਿਹੜੇ ਬੰਬੇ ਦੇ ਫਿਲਮ ਐਕਟਰਾਂ ਨਾਲੋਂ ਵਧੀਆ ਖਾਣਾ ਖਾ ਰਹੇ ਲੋਕ ਇੱਥੇ। ਉਸ ਤਾਂ ਮੈਂ ਕਹਿ ਰਿਹਾ ਜੀ,
ਉਹ ਅਮੀਰ ਲੋਕ ਨੇ ਜਿਹੜੇ ਰੀਅਲ ਅਮੀਰ ਲੋਕ। ਸਭ ਅਮੀਰ ਲੋਕ ਆ, ਪਰ ਉਹ ਰਿਲੇਸ਼ਨਸ਼ਿਪ ਦੀ ਜਿਹੜੀ ਪਾਵਰਟੀ ਆ ਨਾ ਜੀ, ਉਹ ਖਰਾਬ ਕਰ ਰਹੀ ਹੈ ਜੀ। ਉਹ ਹੈ ਨਹੀਂ, ਉਹ ਕਰ ਜਿੰਨੇ ਕਹਿੰਦੇ ਬੜੇ ਬੜੇ ਘਰ ਆ, ਉਨੀਆਂ ਬੜੇ ਬੜੀਆਂ ਚੀਕਾਂ ਨਿਕਲ ਰਹੀਆਂ ਵਿੱਚੋਂ, ਬਾਪ ਬੇਟੇ ਦੀ ਨਹੀਂ ਬਣਦੀ ਹੈ। ਦੂਜੇ ਇਹ ਇੱਕ ਮੈਂ ਇਹ ਨਹੀਂ ਕਹਿੰਦਾ ਸਾਰਿਆਂ ਤੇ ਲਾਗੂ ਹੁੰਦੀ ਆ, ਕਾਫੀ ਘਰਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ। ਸੋ ਇੱਕ ਤਾਂ ਆਪਣੇ ਰਿਸ਼ਤਿਆਂ ਦੀ ਜਿਹੜੀ ਪਾਵਰਟੀ ਆ, ਇਹਨੂੰ ਦੂਰ ਕਰਨ ਦੀ ਲੋੜ ਹੈ, ਰਿਸ਼ਤਿਆਂ ਨੂੰ ਠੀਕ ਕਰਨ ਦੀ ਲੋੜ ਹੈਗੀ ਆ। ਫਿਰ ਦੇਖੋ ਸਭ ਕੁਝ ਹੋਣ ਦੇ ਬਾਵਜੂਦ ਵੀ ਘਰ ਹਿੱਲ ਬਣੇ ਫਿਰਦੇ ਆ। ਇਹ ਜਿਹੜੇ ਹੈਗੇ ਆ ਇੱਕ ਜਹੰਨਮ ਘਰ ਬਣੇ ਹੋਏ। ਕਿਉਂ ਬਣੇ ਹੋਏ? ਵੀ ਕਿਸੇ ਚੀਜ਼ ਦੀ ਘਾਟ ਹੈ ਨਹੀਂ, ਕਿਸੇ ਚੀਜ਼ ਦੀ ਘਾਟ ਨਹੀਂ ਆ, ਫਿਰ ਵੀ ਜਹੰਨਮ ਬਣੇ ਹੋਏ ਆ। ਚੀਜ਼ਾਂ ਬਹੁਤ ਆ, ਸਭ ਕੁਝ ਬਹੁਤ ਆ। ਕੱਪੜੇ ਵੀ ਕਿੰਨੇ ਹੈਗੇ, ਜੁੱਤੀਆਂ ਕਿੰਨੀਆਂ ਹੈਗੀਆਂ, ਕਾਰਾਂ ਆ, ਸਾਰਿਆਂ ਦੇ ਕੋਲ ਘਰ ਫਿਰ ਜਹੰਨਮੇ ਜਾ ਕੇ। ਇਸੇ ਗੱਲ ਕਰਕੇ ਜਹੰਨਮੇ ਜਾ ਕੇ ਵੀ ਜਿਹੜੀ ਥਿੰਕਿੰਗ ਆ ਉਹ ਖਰਾਬ ਕੀਤੀ ਹੋਈ ਹੈ ਜਾ ਕੇ। ਸੋ ਤੁਹਾਡੇ ਖਿਆਲ ਦੇ ਵਿੱਚ ਜਿਹੜੀ ਵੈਲਥ ਹੈ ਉਹ ਮਨੁੱਖੀ ਖੁਸ਼ੀ ਖੋਹ ਕੇ ਲੈ ਜਾਂਦੀ? ਮਨੁੱਖੀ ਵੈਲਥ ਖੋਹ ਕੇ ਨਹੀਂ ਲਿਜਾਂਦੀ ਥਿੰਨ ਸਾਹਿਬ, ਆਹ ਖੋਹ ਕੇ ਲਿਜਾਂਦੀ ਹੈ ਚੀਜ਼ ਜਿਹੜੀ ਤੁਹਾਨੂੰ ਆਪਣੇ ਸੰਬੰਧ ਠੀਕ ਕਰਨੇ ਨਹੀਂ ਆਉਂਦੇ, ਜਿਹੜੇ ਸਾਨੂੰ ਰਿਸ਼ਤੇ ਸੈੱਟ ਕਰਨੇ ਨਹੀਂ ਆਉਂਦੇ। ਇਹ ਸੈੱਟ ਕਰਨ ਦਾ ਮਤਲਬ ਨਹੀਂ ਸੈੱਟ ਕਰੋ ਦਿਸ ਵੇ ਔਰ ਦੈਟ ਵੇ, ਸੈੱਟ ਕਰੋ ਰਿਸ਼ਤੇ ਜਾ ਕੇ। ਉਹ ਗਰੀਬੀ ਉਹ ਤੁਹਾਨੂੰ ਜਿਹੜੀ ਹੈਗੀ ਆ ਨਾ ਖੁਸ਼ੀ ਪੈਦਾ ਕਰਦੀ ਹੈ ਜਾ ਕੇ, ਉਹ ਜਹੰਨਮ ਬਣਾਉਂਦੀ ਆ। ਬਾਕੀ ਇਹ ਨਹੀਂ ਅਮੀਰੀ ਨੇ ਥੋੜ੍ਹਾ ਬਣਾਉਣੀ ਹੈ ਜੀ। ਅਮੀਰੀ ਜਿਹੜੀ ਹੈਗੀ ਹੈ ਕੋਈ ਲਾਹਨਤ ਥੋੜ੍ਹਾ। ਅਮੀਰੀ ਤਾਂ ਗੁੱਡ ਚੀਜ਼ ਹੈ, ਤੁਹਾਨੂੰ ਚੰਗੀਆਂ ਚੀਜ਼ਾਂ ਵੀ ਦਿੰਦੀ ਹੈ ਜਾ ਕੇ, ਠੀਕ ਹੈ ਨਾ। ਜਿਹੜੇ ਮੇਰੇ ਖਿਆਲ ਜਿਹੜੇ ਗਰੀਬ ਲੋਕ ਨੇ ਨਾ, ਗਰੀਬ ਲੋਕਾਂ ਨੇ ਕਈ ਆਊਟ ਆਫ ਜੈਲਸੀ ਵੀ ਕਈ ਧਾਰਨਾਵਾਂ ਬਣਾ ਲਈਆਂ ਆਪਣੀਆਂ ਅਮੀਰਾਂ ਬਾਰੇ 'ਚ, ਵੀ ਜੇ ਕਮੀਨੇ ਹੁੰਦੇ ਆ, ਇਹ ਲੁੱਟ ਸੁੱਟ ਕਰਦੇ ਆ, ਇਹ ਪਾਪੀ ਆ, ਇਹ ਸਾਰੀ ਕਮਾਈ ਜਿਹੜੀ ਆ ਇਹ ਮਲਕ ਭਾਗੋ ਨੇ, ਤੇ ਇਹ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਤੇ ਰੱਬ ਤਾਂ ਇਹਨਾਂ ਨੂੰ ਬਿਲਕੁਲ ਨਹੀਂ ਪਸੰਦ ਕਰਦਾ। ਇਸ ਤਰ੍ਹਾਂ ਦੀ ਧਾਰਨਾ ਬਣਾਈ ਬਿਲਕੁਲ ਧਾਰਨਾ। ਔਰ ਇਹ ਸੋਹਣੇ ਨਹੀਂ ਹੁੰਦੇ, ਭਾਵੇਂ ਜੇ ਸੋਹਣੇ ਵੀ ਹੋਣ, ਔਰ ਇਹ ਡਫਰ ਹੁੰਦੇ ਆ ਦਿਮਾਗੀ ਤੌਰ 'ਤੇ, ਜਿਵੇਂ ਤੁਸੀਂ ਵੀ ਕਹੀ ਜਾਂਦੇ ਹੋ ਵੀ ਉਹ ਰਿਸ਼ਤਿਆਂ ਦੇ ਬਹੁਤ ਗਰੀਬ ਲੋਕ ਨੇ। ਹਾਂ, ਉਹਨਾਂ ਕੋਲ ਧਨ ਦੌਲਤ ਹੁੰਦਾ। ਇਹ ਗਰੀਬਾਂ ਦੀਆਂ ਆਊਟ ਆਫ ਜੈਲਸੀ ਬਣਾਈਆਂ ਹੋਈਆਂ ਗੱਲਾਂ। ਪਰ ਮੈਂ ਦੇਖਦਾ ਜਿਹੜੇ ਅਮੀਰ ਲੋਕ ਨੇ ਉਹ ਰੀਅਲੀ ਖੁਸ਼ ਵੀ ਨੇ ਕਈ। ਫਿਰ ਮੈਂ ਦੱਸਦਾ, ਖੁਸ਼ੀ ਔਰ ਗਮੀ ਸਮਾਰਟ ਵੀ ਨੇ, ਇੰਟੈਲੀਜੈਂਟ ਵੀ ਨੇ। ਖੁਸ਼ੀ ਔਰ ਗਮੀ ਇਸ ਸੁਸਾਇਟੀ ਵਿੱਚ ਖੁਸ਼ੀ ਔਰ ਗਮੀ ਚੀਜ਼ਾਂ 'ਤੇ ਨਿਰਭਰ ਨਹੀਂ ਕਰਦੀ ਹੈ। ਖੁਸ਼ੀ ਔਰ ਗਮੀ ਇਹ ਹੈ ਤੁਸੀਂ ਕਿੱਦਾਂ ਸੋਚਦੇ ਆ ਜਾ ਕੇ, ਤੁਹਾਡੀ ਸੋਚ 'ਤੇ ਨਿਰਭਰ ਕਰਦੀ ਹੈ ਕਿੱਦਾਂ ਤੁਸੀਂ ਸੋਚਦੇ ਹੋ। ਤਾਂ ਇਹ ਜਿਹੜੀ ਥਿੰਨ ਸਾਹਿਬ ਇਹ ਆ ਸੋਚ ਜਿਹੜੀ ਮੈਂ ਗੱਲ ਕਰ, ਰਿਸ਼ਤਿਆਂ ਦੀ ਖਰਾਬੀ ਇਹ ਕਿਸੇ ਇੱਕ ਕਮਿਊਨਿਟੀ ਦੀ ਨਹੀਂ ਹੈ, ਗਰੀਬ ਅਮੀਰ ਦਾ ਰੌਲਾ ਨਹੀਂ ਹੈ ਇਹਦੇ ਵਿੱਚ। ਇਹ ਗਰੀਬਾਂ ਦੇ ਰਿਸ਼ਤੇ ਵੀ ਖਰਾਬ ਹੈਗੇ, ਅਮੀਰਾਂ ਦੇ ਰਿਸ਼ਤੇ ਵੀ ਖਰਾਬ ਹੈਗੇ। ਅਮੀਰ ਵੀ ਲੜਦੇ ਆ ਆਪਸ ਵਿੱਚ, ਗਰੀਬ ਵੀ ਲੜਦੇ ਹੈਗੇ ਜਾ ਕੇ। ਆਪਣੇ ਕੀ ਕਹਿੰਦੇ ਹਿੰਦੂ ਵੀ ਲੜਦੇ ਆ, ਮੁਸਲਮਾਨ ਵੀ ਲੜਦੇ ਆ, ਸਿੱਖ ਵੀ ਲੜਦੇ ਆ, ਤਾਂ ਅਮਰੀਕਨ ਵੀ ਅਫਰੀਕਨ ਵੀ, ਸਾਰੇ ਇਹ ਸਾਰਿਆਂ 'ਤੇ ਲਾਗੂ ਹੁੰਦੀ ਹੈ ਜੀ। ਹਰ ਬੰਦੇ ਜਿਹੜੇ ਹੈਗੇ ਉਹਨਾਂ ਵਿੱਚ ਕਾਫੀ ਸੈਕਸ਼ਨ ਇਹੋ ਜਿਹਾ ਜਿਹਨੇ ਆਪਣੇ ਰਿਸ਼ਤੇ ਹੱਲ ਬਣਾਏ ਹੋਏ ਆ। ਗੁਰਬਤ 'ਚ ਜ਼ਿਆਦਾ ਲੜਦੇ ਲੋਕ, ਗਰੀਬ ਲੋਕ ਜ਼ਿਆਦਾ ਲੜਦੇ। ਦੇਖੋ ਗਰੀਬ ਗਰੀਬ ਉਹਨੇ ਤਾਂ ਲੜੂਗਾ ਬੰਦਾ ਜਿੱਥੇ ਸਟਰਗਲ ਫॉर ਐਗਜ਼ਿਸਟੈਂਸ ਹੋਊਗੀ, ਰੋਟੀ ਲਈ ਤਾਂ ਲੜੂਗਾ ਜਾ ਕੇ। ਬਾਕੀ ਜਿਨ੍ਹਾਂ ਦੀਆਂ ਇੱਥੇ ਵਾਲੇ ਗਰੀਬ ਨਹੀਂ ਮੈਂ ਸਮਝਦਾ ਜ਼ਿਆਦਾ ਲੜਦੇ। ਇੱਥੇ ਵਾਲੇ ਤਾਂ ਗਰੀਬ ਜਿਹੜੇ ਹੈਗੇ ਉਨੇ ਕੁ ਅਮੀਰ ਲੜਦੇ ਆ, ਉਨੇ ਕੁ ਗਰੀਬ ਲੜਦੇ ਆ ਆਪਸ ਦੇ ਵਿੱਚ ਜਾ ਕੇ। ਇਹ ਸਾਰੇ ਇਹ ਹੈਗੇ ਆ ਗਰੀਬ। ਇੱਥੇ ਤਾਂ ਗਰੀਬ ਹੈ ਹੀ ਨਹੀਂ ਮੇਰੇ ਕਨਸੈਪਟ ਦੇ ਹਿਸਾਬ ਨਾਲ। ਤਾਂ ਇੱਥੇ ਤਾਂ ਐਵੇਂ ਸੋਚ ਕੇ ਗਰੀਬ ਬਣੇ ਹੋਏ ਆ ਤੁਸੀਂ। ਜਾਣੀ ਜਿੱਦਾਂ ਤੁਸੀਂ ਕਿਹਾ ਵੀ ਕੋਟ ਤਾਂ ਵਧੀਆ ਹੈਗਾ, ਪਰ ਕੋਟ ਵਰਸਾਚੀ ਦਾ ਕਿਉਂ ਨਹੀਂ ਹੈ ਕੋਟ ਮੇਰੇ ਕੋਲ, ਉਹਦੇ ਕਰਕੇ ਆ। ਇਹ ਜਿਹੜੇ ਕੱਪੜੇ ਕੀ ਇਹਨੂੰ ਕਹਿੰਦੇ ਹੁੰਦੇ ਬ੍ਰਾਂਡਡ ਮੇਰੇ ਕੋਲ ਬ੍ਰਾਂਡਡ ਕੱਪੜੇ ਹੈ ਨਹੀਂ ਜਾ ਕੇ। ਉਹ ਬ੍ਰਾਂਡਡ ਕੱਪੜਾ ਕਿਤੇ ਨਿੱਘਾ ਜ਼ਿਆਦਾ ਥੋੜ੍ਹਾ ਹੁੰਦਾ ਜਾ ਕੇ ਜੀ। ਉਹ ਤਾਂ ਉੱਦਾਂ ਹੀ ਉਹ 'ਤੇ ਠੱਪਾ ਜਿਹਾ ਲੱਗਾ ਹੁੰਦਾ, ਉਹ ਥੋੜ੍ਹਾ ਦਿਖਾਲਦਾ ਫਿਰ ਲੋਕਾਂ ਨੂੰ ਆਵੇ ਦੇਖੋ ਮੈਂ। ਕਈ ਵਾਰੀ ਬਾਂਹ 'ਤੇ ਲਾ ਦਿੰਦੇ ਨੇ ਛੋਟਾ ਜਿਹਾ ਉਹਦਾ ਟੈਗ ਜਿਹਾ, ਉਹ ਲਾਉਂਦੇ ਹੀ ਨਹੀਂ, ਉਹ ਲਾਉਂਦੇ ਨਹੀਂ ਹੈ ਜਾ ਕੇ ਜੀ। ਸੋ ਇਸ ਕਿਸਮ ਦੀ ਜੇ ਨਾ ਖੁਸ਼ੀ ਆ ਉਹ ਤਾਂ ਫਿਰ ਤੁਹਾਡੀ ਲੈਣੀ ਹੈਗੀ, ਠੀਕ ਹੈ ਨਾ। ਪਰ ਚਲੋ ਜੇ ਖੁਸ਼ੀ ਮਿਲਦੀ ਹੈ ਤਾਂ ਕਿਸੇ ਦੇਖੋ ਇੱਕ ਬਰਟਨ ਰਸਲ ਦਾ ਫਿਕਰਾ ਹੈ ਜੀ, ਬੜਾ ਸੋਹਣਾ ਫਿਕਰਾ ਹੈ। ਉਹ ਕਹਿੰਦੇ ਯੂ ਹੈਵ ਐਵਰੀ ਰਾਈਟ ਟੂ ਇੰਜੋਏ ਲਾਈਫ ਬਟ ਯੂ ਹੈਵ ਨੋ ਰਾਈਟ ਟੂ ਹਰਟ ਅਦਰਸ। ਠੀਕ ਹੈ ਨਾ, ਇਹ ਸਹੀ ਤੁਹਾਨੂੰ ਪੂਰਾ ਲੱਗਾ। ਸੋ ਮੈਂ ਸੁਣਨ ਵਾਲਿਆਂ ਨੂੰ ਅਖੀਰ ਦੇ ਵਿੱਚ ਵੀ ਕਹਿ ਦੇਵਾਂ, ਤੁਹਾਡੇ ਵਿੱਚੋਂ ਕੋਈ ਗਰੀਬ ਨਹੀਂ ਹੈ। ਆਪਣੇ ਸੰਬੰਧ ਜਿਹੜੇ ਹੈਗੇ ਰਿਸ਼ਤੇ ਉਹਨਾਂ ਨੂੰ ਠੀਕ ਕਰਕੇ ਇਹ ਜਿਹੜਾ ਹੈਗਾ ਸਵਰਗ ਦਾ ਮੁਲਕ ਹੈ ਇਹਨੂੰ ਜਹੰਨਮ ਨਾ ਬਣਾਓ। ਜਹੰਨਮ ਸਾਡੀ ਸੋਚ ਨੇ ਸਾਡੇ ਬਣਾਇਆ ਆ, ਸਾਡੇ ਚੀਜ਼ਾਂ ਦੀ ਘਾਟ ਨੇ ਨਹੀਂ ਬਣਾਇਆ। ਚੀਜ਼ਾਂ ਸਾਡੇ ਕੋਲ ਸਾਰਿਆਂ ਕੋਲ ਹੈਗੀਆਂ ਜਾ ਕੇ। ਫਿਰ ਸਭ ਬਹੁਤ ਮਿਹਰਬਾਨੀ, ਸ਼ੁਕਰੀਆ। Thank you. For more entertainment, download the Red FM app from the Google Play Store and Apple App Store now. Just one click.